ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਮੁੱਦੇ ਜਿਹੜੇ ਨੇ ਉਹਨਾਂ ਨੂੰ ਉਛਾਲਿਆ ਜਾਂਦਾ, ਉਹਨਾਂ ਨੂੰ ਲਿਆ ਜਾਂਦਾ, ਉਹਨਾਂ 'ਤੇ ਵਿਚਾਰ ਕੀਤੀ ਜਾਂਦੀ ਹੈ। ਸੋ ਅੱਜ ਦਾ ਜਿਹੜਾ ਮੁੱਦਾ ਆ, ਕਿਉਂਕਿ ਤੁਹਾਨੂੰ ਪਤਾ ਕਿ ਇਸ ਵੇਲੇ ਚੋਣਾਂ ਦਾ ਬਿਗਲ ਜਿਹੜਾ ਉਹ ਬਿਲਕੁਲ ਵੱਜ ਚੁੱਕਾ ਹੈ ਇੰਡੀਆ ਦੇ ਵਿੱਚ। ਸੋ ਤਰੀਕਾਂ ਦਾ ਜਿਹੜਾ ਐਲਾਨ ਉਹ ਵੀ ਕਰ ਦਿੱਤਾ ਗਿਆ ਹੈ। ਜਿਹੜੀਆਂ ਕੁੱਲ 7 ਗੇੜ ਦੇ ਵਿੱਚ ਇਹ ਚੋਣਾਂ ਜਿਹੜੀਆਂ ਹੋਣਗੀਆਂ। ਪੂਰੀ ਜਾਣਕਾਰੀ ਲੈਣ ਵਾਸਤੇ ਆਪਾਂ ਪਹਿਲਾਂ ਚੱਲਦੇ ਹਾਂ ਸਾਡੇ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਗਿੱਲ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਿੰਦਰ ਸਿੰਘ ਜੀ, ਕਿਵੇਂ ਐਲਾਨ ਹੋਇਆ ਜਿਹੜਾ ਚੋਣਾਂ ਦੀਆਂ ਤਰੀਕਾਂ ਦਾ, ਅਤੇ ਕਿਵੇਂ ਇਹ ਸਾਰਾ ਚੋਣ ਜਾਬਤਾ ਲਾਗੂ ਹੋਇਆ? ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਚੋਣਾਂ ਦਾ ਬਿਗਲ ਜਿਹੜਾ ਹੈ ਉਹ ਵੱਜ ਚੁੱਕਾ ਹੈ, ਤੇ ਪੰਜਾਬ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦੀ ਸਭ ਤੋਂ ਆਖਿਰ ਦੇ ਉੱਤੇ ਵਾਰੀ ਜਿਹੜੀ ਆ ਆਉਣੀ ਆ 19 ਮਈ ਨੂੰ। 7 ਗੇੜ ਨੇ ਟੋਟਲ ਜਿਹੜੇ ਆ ਉਹ, ਤੇ ਪੰਜਾਬ ਦੀ ਆਖਿਰ ਦੇ ਉੱਤੇ ਵਾਰੀ ਆਉਣੀ। ਇਸ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਸ਼ਾਇਦ ਲੀਡਰਾਂ ਨੂੰ ਖਰਚਾ ਜਿਹੜਾ ਉਹ ਜ਼ਿਆਦਾ ਕਰਨਾ ਪਏਗਾ, ਕਿਉਂਕਿ ਇਹਨਾਂ ਦੀ ਵਾਰੀ ਦੇਰ ਨਾਲ ਆ ਰਹੀ ਆ। ਤੇ ਇਸ ਦੇ ਨਾਲ ਨਾਲ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੀ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੋਈ ਆ, ਉਸ ਦੇ ਵਿੱਚ ਇਹ ਕਿਹਾ ਗਿਆ ਕਿ ਅਜੇ ਮਹੀਨਾ ਕੁ ਰੁਕ ਕੇ ਜਿਹੜਾ ਹੈ ਉਹਨਾਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ। ਸੋ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਹੈਗੀਆਂ ਨੇ। ਪੰਜਾਬ ਦੇ ਵਿੱਚ ਇਹਨਾਂ 13 ਸੀਟਾਂ ਲਈ ਜਿਹੜੀ ਇਹ ਚੋਣ ਹੋਣੀ ਆ, ਉਸ ਦੇ ਵਿੱਚ ਮਜ਼ਬੂਤ ਧਿਰ ਦੇ ਵਜੋਂ ਜੇਕਰ ਦੇਖਿਆ ਜਾਵੇ ਤਾਂ ਅਜੇ ਤੱਕ ਕਾਂਗਰਸ ਹੀ ਜਿਹੜੀ ਆ ਉਹ ਜ਼ਿਆਦਾ ਦਾਅਵੇਦਾਰ ਆ, ਕਿਉਂਕਿ ਅਕਾਲੀ ਦਲ ਦੀ ਜਿਸ ਤਰ੍ਹਾਂ ਦੇ ਨਾਲ ਬੇਅਦਬੀ ਮਾਮਲੇ ਨੂੰ ਲੈ ਕੇ ਤੇ ਜਦੋਂ ਦੀ ਕੈਪਟਨ ਸਰਕਾਰ ਬਣੀ ਆ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਨਾਕਾਮ ਹੋਈਆਂ ਨੇ ਇਹਨਾਂ ਦੀਆਂ। ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਬਹੁਤਾ ਜਿਹੜਾ ਆ ਉਹ ਅਜੇ ਵੀ ਕੌਨਫੀਡੈਂਟ ਨਜ਼ਰ ਜਿਹੜਾ ਆ ਉਹ ਨਹੀਂ ਆਉਂਦਾ। ਉਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਸ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਜੋ ਟੁੱਟ ਭੱਜ ਹੋਈ ਆ, ਉਸ ਨੂੰ ਮੁੱਖ ਰੱਖ ਕੇ ਦੇਖਿਆ ਜਾਵੇ ਤਾਂ ਹੋਰ ਵੀ ਕਈ ਪਾਰਟੀਆਂ ਜਿਹੜੀਆਂ ਆ ਉਹਨਾਂ ਦੇ ਨਾਲ ਗੱਠਜੋੜ ਦੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ, ਜਾਂ ਉਹਨਾਂ ਨੇ ਸੀਟਾਂ ਦੀ ਵੰਡ ਕਰ ਰਹੇ, ਉਸ ਨੂੰ ਕਿਵੇਂ ਦਾ ਹੁੰਗਾਰਾ ਮਿਲਦਾ, ਲੋਕ ਕਿਸ ਨਜ਼ਰੀਏ ਨਾਲ ਉਸ ਚੀਜ਼ ਨੂੰ ਵੇਖਦੇ ਆ, ਇਹ ਸਮਾਂ ਆਉਣ ਦੇ ਉੱਤੇ ਪਤਾ ਲੱਗੇਗਾ। ਸੋ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਤਾਂ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਇੱਥੋਂ ਚੋਣ ਜਿਹੜੀ ਆ ਉਹ ਲੜ ਸਕਦੇ। ਇਸ ਦੇ ਨਾਲ ਨਾਲ ਹੌਟ ਸੀਟਾਂ ਦੀ ਗੱਲ ਕਰੀਏ ਤਾਂ ਬਠਿੰਡਾ ਤੇ ਫਿਰੋਜ਼ਪੁਰ ਦੀ ਸੀਟ ਵੀ ਜਿਹੜੀ ਆ ਹੌਟ ਸੀਟਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਆ। ਸੋ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਵੱਖ-ਵੱਖ ਪਾਰਟੀਆਂ ਦੀ ਰਹਿੰਦੀ ਆ ਜੀ। ਠੀਕ ਹੈ ਜੀ। ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਡੇ ਨਾਲ ਇਸ ਵੇਲੇ ਸਕਾਈਪ ਤੇ ਜੁੜੇ ਹੋਏ ਨੇ, ਐਡੀਟਰ ਨਵਾਂ ਜ਼ਮਾਨਾ ਤੇ ਉੱਘੇ ਜਰਨਲਿਸਟ ਨੇ। ਪੱਟੀ ਸਾਹਿਬ ਜੀ, ਤੁਸੀਂ ਤੁਹਾਡਾ ਕੀ ਇਹਦੇ ਬਾਰੇ ਕਹਿਣਾ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੇਖੋ ਜੀ, ਲੋਕ ਸਭਾ ਚੋਣਾਂ ਦਾ ਦੰਗਲ ਜਿਹੜਾ ਸਾਡੇ ਇੱਥੇ ਸ਼ੁਰੂ ਹੋ ਚੁੱਕਾ ਵਾ। ਇਸ ਵੇਲੇ ਜਿਹੜਾ ਕੋਡ ਆਫ ਕੰਡਕਟ ਲੱਗ ਚੁੱਕਾ ਵਾ, ਐਲਾਨ ਹੋ ਚੁੱਕਾ, 7 ਗੇੜਾਂ 'ਚ ਚੋਣ ਹੋਣੀ ਆ ਜੀ ਜੀ। ਇਹਦੇ ਵਿੱਚ ਮੁੱਖ ਮੁਕਾਬਲੇ ਜਿਹੜੇ ਆਮੋ ਸਾਹਮਣੇ ਕਾਂਗਰਸ ਤੇ ਭਾਜਪਾ ਵਾ ਜੀ। ਲੇਕਿਨ ਇਸ ਵੇਲੇ ਜੋ ਹਾਲਾਤ ਬਣੇ ਪਏ ਨੇ ਸਾਡੇ ਇੰਡੀਆ ਦੇ, ਉਹਦੇ ਵਿੱਚ ਐਤਕੀ ਸਰਦਾਰੀ ਰਹਿ ਗਈ, ਲੜੀਆਂ ਤਾੜੀਆਂ ਖੇਤਰੀ ਪਾਰਟੀਆਂ ਵਾ ਜੀ। ਜੇ ਖੇਤਰੀ ਪਾਰਟੀਆਂ ਦੀ ਪਿਛਲੀ ਪ੍ਰੋਗਰੈਸ ਵੇਖੀ ਤੇ 212 ਸੀਟਾਂ 543 ਦੇ ਵਿੱਚੋਂ ਖੇਤਰੀ ਪਾਰਟੀਆਂ ਦੇ ਕੋਲ ਸੀਗੀਆਂ ਜੀ। ਇਸ ਕਰਕੇ ਮੈਂ ਸੋਚਦਾ ਵੀ ਇਹ ਜੇ ਖੇਤਰੀ ਪਾਰਟੀਆਂ ਡਿਪੈਂਡ ਕਰਦਾ ਵੀ ਉਹ ਸਰਕਾਰ ਕਿਹਦੀ ਬਣਾਉਣਾ ਚਾਹੁੰਦੇ ਆ। ਜਿੱਥੇ ਜਿੱਥੇ ਭਾਜਪਾ ਤੇ ਕਾਂਗਰਸ ਆਮੋ ਸਾਹਮਣੇ, ਉੱਥੇ ਤੇ ਭਾਜਪਾ ਨੂੰ ਕੋਈ ਬੈਨੀਫਿਟ ਹੋ ਸਕਦਾ। ਜਿੱਥੇ ਅਲਾਇੰਸ ਹੋਏ ਨੇ ਇਸ ਵੇਲੇ ਅਲਾਇੰਸ ਦੇ ਵਿੱਚ 23 ਪਾਰਟੀਆਂ ਦੀਆਂ ਕਾਂਗਰਸ ਨਾਲ ਖੜੀਆਂ ਨੇ, ਭਾਜਪਾ ਨਾਲ ਬਹੁਤ ਥੋੜੀਆਂ ਪਾਰਟੀਆਂ ਨੇ ਜੀ। ਦੱਖਣੀ ਭਾਰਤ ਦੇ ਵਿੱਚ ਅੱਜ ਤੱਕ ਜਿੱਥੇ ਘੱਟੋ ਘੱਟ 22 ਸੀਟਾਂ ਪਿਛਲੀ ਖੜੀਆਂ ਸੀ ਭਾਜਪਾ ਨੇ, ਇਸ ਵੇਲੇ ਦੱਖਣੀ ਭਾਰਤ ਵਿੱਚ ਇੱਕ ਵੀ ਉਹਦਾ ਅਲਾਇੰਸ ਗੱਠਜੋੜ ਨਹੀਂ, ਕੋਈ ਵੀ ਪਾਰਟੀ ਨਹੀਂ ਹੈਗੀ। ਉਮੀਦ ਹੈ ਅੰਨਾ ਟੀਕੇ ਦਾ ਆਉਣ ਵਾਲੇ ਸਮੇਂ 'ਚ ਹੋ ਜਾਏ ਕੋਈ ਗੱਠਜੋੜ, ਵੱਖਰੀ ਗੱਲ ਆ। ਲੇਕਿਨ ਇਸ ਵੇਲੇ ਭਾਜਪਾ ਉੱਥੇ ਇਕੱਲੀ ਪਈ ਆ। ਜੋ ਹਾਲਾਤ ਇਸ ਵੇਲੇ ਬਣੇ ਪਏ, ਜੇ ਕਿ 3 ਰਾਜਾਂ ਦੀਆਂ ਚੋਣਾਂ ਪਿੱਛੇ ਜੋ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਭਾਜਪਾ ਦੀ ਜਿੱਤ ਨੇ 5 ਦੀਆਂ ਹੋਈਆਂ ਸੀ, 3 ਜਿੱਤ ਪੱਤੀ, ਤੇ ਉਹਦੇ ਵਿੱਚ ਕਾਂਗਰਸ ਜਿਹੜੀ ਕਾਫੀ ਸਥਿਤੀ ਮਜ਼ਬੂਤ ਹੋਈ ਸੀ। ਇਸ ਵੇਲੇ ਜਿਹੜੀ ਭਾਜਪਾ ਵਾ ਉਹ ਅਸਲ ਮੁੱਦਿਆਂ ਨੂੰ ਭਟਕ ਕੇ ਉਹ ਲੈ ਰਹੀ ਹੈ ਜੀ। ਵੇਖੋ ਜੀ, ਪੁਲਵਾਮਾ ਦਾ ਅਟੈਕ ਹੋਇਆ ਤਾਂ ਅਸੀਂ ਜਾ ਕੇ ਪਾਕਿਸਤਾਨ ਜਾ ਕੇ ਅਟੈਕ ਕਰਕੇ 300 ਬੰਦਾ ਮਾਰਤਾ। ਅਸੀਂ ਉੱਥੇ ਜਾ ਕੇ ਜਿਹੜੀ ਸੀ ਉਹ ਪਾਕਿਸਤਾਨ ਨੂੰ ਸਬਕ ਸਿਖਾਤਾ। ਅਸੀਂ ਆਪਣਾ ਪਾਇਲਟ ਦਾਬਾ, ਮਤਲਬ ਇਹਨਾਂ ਮੁੱਦਿਆਂ ਲੈ ਰਹੀ ਹੈ। ਜਿਹੜੀਆਂ ਵਾਅਦੇ ਉਹਨਾਂ ਨੇ 2014 ਚ ਕੀਤੇ ਸੀ ਉਹਨਾਂ ਦਾ ਨਾਂ ਨਹੀਂ ਲੈ ਰਹੀ। ਲੋਕ ਹੁਣ ਸੋਚਣ ਲਈ ਮਜਬੂਰ ਹੈ ਵੀ ਹੁਣ ਅਸੀਂ ਵੋਟ ਕਿਹਨੂੰ ਪਾਉਣੀ ਆ, ਕਿਉਂਕਿ ਉਹ ਜਿਹੜੀ ਇਹ ਲੈ ਰਹੇ ਨੇ ਉਹ ਜਿਹੜਾ ਅਟੈਕ ਕੀਤਾ ਬਾਲਾਕੋਟ ਦੇ ਉੱਤੇ, ਉਹਨੂੰ ਮੁੱਦਾ ਬਣਾ ਕੇ ਚੋਣ ਕੱਢ ਰਹੇ ਹਨ।
ਆਉਣ ਵਾਲੇ ਸਮੇਂ 'ਚ ਵੇਖੋ ਲੋਕ ਉਹਨੂੰ ਪ੍ਰਵਾਨ ਕਰਦੇ ਕਿ ਨਹੀਂ ਕਰਦੇ, ਅਜੇ ਵੀ ਉਹ ਸ਼ੰਕਾ ਦੇ ਘੇਰੇ 'ਚ ਬੰਦੇ ਉੱਥੇ ਮਰੇ ਕਿ ਨਹੀਂ ਮਰੇ, ਅੱਤਵਾਦੀ ਮਰੇ ਕਿ ਨਹੀਂ ਮਰੇ, ਕੀ ਕੀਤਾ ਕੀ ਨਹੀਂ ਕੀਤਾ। ਇਸ ਕਰਕੇ ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਜਿਹੜੀ ਡਾਊਨ ਆ, ਲੇਕਿਨ ਫਿਰ ਵੀ ਉਹਦੀ ਸ਼ਕਤੀ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਜੀ। ਤੇ ਹਰਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਜਿਵੇਂ ਪੁਲਵਾਮਾ ਦਾ ਅਟੈਕ ਜਿਹੜਾ ਹੋਇਆ ਉਹਦੇ ਪਿੱਛੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ, ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਦਾ ਕੋਈ ਭਾਰਤੀ ਜਨਤਾ ਪਾਰਟੀ ਨੂੰ ਕੋਈ ਲਾਭ ਜਾਂ ਕੋਈ ਫਾਇਦਾ ਉਹਦਾ ਹੋ ਸਕਦਾ, ਕੋਈ ਸਿਆਸੀ ਲਾਭ ਹੋ ਸਕਦਾ? ਦੇਖੋ ਜੀ, ਜਿਹੜਾ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਦੇ ਵਿੱਚ ਬਾਲਾਕੋਟ ਦੇ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਕੀਤੀ ਆ, ਉਹ ਮੈਨੂੰ ਲੱਗਦਾ ਕਿ ਸ਼ਾਇਦ ਜਿਹੜੀ ਫੌਜ ਦੀ ਕਾਰਵਾਈ ਹੈ ਉਸ ਨੂੰ ਸਰਕਾਰਾਂ ਨੂੰ ਆਪਣੇ ਤੌਰ ਦੇ ਉੱਤੇ ਲੈ ਕੇ ਨਹੀਂ ਦੇਖਣਾ ਚਾਹੀਦਾ ਕਿ ਉਸ ਨਾਲ ਅਸੀਂ ਕੋਈ ਇਲੈਕਸ਼ਨ ਦੇ ਵਿੱਚ ਬੈਨੀਫਿਟ ਜਿਹੜਾ ਹੈ ਉਸ ਚੀਜ਼ ਦਾ ਲੈ ਲਈਏ। ਇਹ ਮੈਂ ਸਮਝਦਾ ਕਿ ਇੱਕ ਮਾੜੀ ਸਿਆਸਤ ਜਿਹੜੀ ਉਸ ਦਾ ਹਿੱਸਾ ਆ ਇਸ ਤਰ੍ਹਾਂ ਕਰਨਾ। ਸੋ ਇਹ ਦੇਸ਼ ਦੀ ਰੱਖਿਆ ਕੋਈ ਵੀ ਸਰਕਾਰ ਆਊਗੀ ਉਸਨੇ ਕਰਨੀ ਆ। ਸੋ ਜਿਹੜੀ ਇਹ ਬੀਜੇਪੀ ਦੀ ਗੱਲ ਅਸੀਂ ਕਰ ਰਹੇ ਹਾਂ, ਬੀਜੇਪੀ ਉਸ ਚੀਜ਼ ਨੂੰ ਚੋਣ ਮੁੱਦਾ ਬਣਾ ਕੇ ਲੋਕਾਂ ਦੇ ਵਿੱਚ ਇਸ ਚੀਜ਼ ਦੇ ਨਾਲ ਇਹਨੂੰ ਐ ਪ੍ਰਚਾਰਿਆ ਜਾ ਰਿਹਾ ਵਾ ਟੀਵੀ ਚੈਨਲਾਂ ਦੇ ਉੱਤੇ ਕਿ ਜਿਵੇਂ ਇਹਨਾਂ ਤੋਂ ਬਿਨਾਂ ਹੋਰ ਕੋਈ ਇਸ ਤਰ੍ਹਾਂ ਕਰ ਹੀ ਨਹੀਂ ਸਕਦਾ। ਚਾਹੇ ਹੋਰ ਕਿਸੇ ਦੀ ਵੀ ਸਰਕਾਰ ਹੁੰਦੀ, ਜਦੋਂ ਇਹ ਅਟੈਕ ਹੋਇਆ ਤਾਂ ਉਹਨਾਂ ਨੇ ਵੀ ਇਹੀ ਜਿਹੜਾ ਡਿਫੈਂਸ ਦੇ ਤੌਰ ਦੇ ਉੱਤੇ ਜਾਂ ਜਿਸ ਤਰ੍ਹਾਂ ਦੇ ਨਾਲ ਵੀ ਜੋ ਵਿਦੇਸ਼ ਨੀਤੀ ਆ ਉਸ ਹਿਸਾਬ ਨਾਲ ਫੈਸਲੇ ਜਿਹੜੇ ਆ ਉਹ ਲੈਣੇ ਹੁੰਦੇ ਆ। ਪਰ ਬਹੁਤਾ ਬੈਨੀਫਿਟ ਇਸ ਦਾ ਹੋਣ ਵਾਲਾ ਨਹੀਂ ਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਉਜਾਗਰ ਇਹ ਵੀ ਹੋਈਆਂ, ਇਹ ਵੀ ਗੱਲਾਂ ਬੋਲਦੀਆਂ ਨੇ ਕਿ ਜਿਹੜਾ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਉਹ ਸਰਕਾਰ ਨੇ ਆਪਣੇ ਤੌਰ ਤੇ ਕਰਵਾਇਆ ਵਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਵੀ ਚੱਲ ਰਹੀਆਂ ਨੇ। ਠੀਕ ਹੈ ਜੀ, ਮੈਂ ਇਹੋ ਹੀ ਗੱਲ ਸਰਦਾਰ ਸਾਹਿਬ ਸਿੰਘ ਜੀ ਭੁੰਦੜ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਕੋਲੋਂ ਪੁੱਛਣੀ ਚਾਹਾਂਗਾ। ਭੁੰਦੜ ਸਾਹਿਬ ਜੀ, ਤੁਹਾਡਾ ਸਵਾਗਤ ਹੈ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਇਲੈਕਸ਼ਨ ਜਿਹੜੀਆਂ ਹੋ ਰਹੀਆਂ ਨੇ, ਚੋਣਾਂ ਜਿਹੜੀਆਂ ਆ ਰਹੀਆਂ ਨੇ, ਉਹਨਾਂ ਦੰਗਲ ਜਿਹੜਾ ਹੋ ਰਿਹਾ ਵਾ, ਤਰੀਕਾਂ ਦੇ ਐਲਾਨ ਕਰ ਦਿੱਤੇ ਗਏ, ਲੇਕਿਨ ਕਾਂਗਰਸ ਪਾਰਟੀ ਵੱਲੋਂ ਹਜੇ ਨਾਵਾਂ ਦੀ ਜਿਹੜੀ ਉਹ ਵੇਟ ਕੀਤੀ ਜਾ ਰਹੀ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਪਿਛਲੇ ਜੋ ਬੀਜੇਪੀ ਦੀ ਸਰਕਾਰ ਬਣੀ ਜੀ, ਉਹ ਜਿਨ੍ਹਾਂ ਮੁੱਦਿਆਂ ਦੇ ਆਧਾਰ ਤੇ ਬਣੀ, ਜੋ ਹਿੰਦੁਸਤਾਨ ਦੀ ਜਨਤਾ ਨੂੰ ਸਬਜ਼ਬਾਜ਼ ਮੈਂ ਕਹੂੰਗਾ ਵਿਖਾਏ ਗਏ, ਖਾਤਿਆਂ ਦੇ 15-15 ਲੱਖ ਦੇ ਸਬਜ਼ਬਾਜ਼, ਨੌਕਰੀਆਂ ਕਰ ਦੇ ਸਬਜ਼ਬਾਜ਼ ਵਿਖਾਏ ਗਏ ਜੀ, ਦੇਸ਼ ਦੀ ਤਰੱਕੀ ਦੇ ਸਬਜ਼ਬਾਜ਼, ਕਾਲੇ ਧਨ ਦੇ ਸਬਜ਼ਬਾਜ਼ ਵਿਖਾਏ ਗਏ। ਅੱਜ ਉਹਨਾਂ ਮੁੱਦਿਆਂ ਨੂੰ ਛੱਡ ਕੇ ਬੀਜੇਪੀ ਸਿਰਫ ਪੁਲਵਾਮਾ ਦੇ ਜਿਹੜਾ ਅਟੈਕ ਆ, ਟੋਟਲ ਮੀਡੀਆ ਨੂੰ ਨਾਲ ਲੈ ਕੇ ਟੋਟਲ ਬੀਜੇਪੀ ਦੇ ਜਿੰਨਾ ਵੀ ਕੋਈ ਲੀਡਰ ਹੈ ਉਹ ਸਾਰੇ ਇੱਕੋ ਹੀ ਗੱਲ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਗੱਲ ਕਰ ਰਹੇ ਆ। ਮੈਂ ਸਮਝਦਾ ਜਿੰਨਾ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੇ ਪਿਛਲੀ ਸਰਕਾਰ ਬਣਾਈ ਸੀ, ਉਹਨਾਂ ਮੁੱਦਿਆਂ ਨੂੰ ਲੈ ਕੇ ਜਨਤਾ ਦੀ ਕਚਹਿਰੀ 'ਚ ਲੈ ਕੇ ਜਾਵੇ ਵੀ ਅਸੀਂ ਆਹ ਵਾਅਦੇ ਪੂਰੇ ਕੀਤੇ ਆ। ਜੇ ਉਹ ਗੱਲ ਤੁਸੀਂ ਕਾਂਗਰਸ ਦੀ ਕਰਦੇ ਹੋ, ਕਾਂਗਰਸ ਬਿਲਕੁਲ ਤਿਆਰ ਹੈ। ਕਾਂਗਰਸ ਨੇ ਅੱਜ ਤੱਕ ਜਿੰਨੇ ਵਾਰੀ ਵੀ ਰਾਜ ਕੀਤਾ ਹੈ, ਸਬਜ਼ਬਾਜ਼ ਦੇ ਆਧਾਰ ਤੇ ਰਾਜ ਨਹੀਂ ਕੀਤਾ ਹਿੰਦੁਸਤਾਨ ਤੇ। ਹਿੰਦੁਸਤਾਨ ਦੀ ਤਰੱਕੀ ਵਾਸਤੇ, ਹਿੰਦੁਸਤਾਨ ਦੀ ਖੁਸ਼ਹਾਲੀ ਵਾਸਤੇ ਜੋ ਵਾਅਦੇ ਕੀਤੇ ਆ ਕਾਂਗਰਸ ਨੇ, ਉਹਨਾਂ ਨੂੰ ਪੂਰੇ ਕਰਕੇ ਤਾਂ ਕਿ ਲੰਮਾ ਸਮਾਂ ਉਹਨਾਂ ਨੇ ਤਾਂ ਹੀ ਇਹਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ ਹੈ। ਰਹੀ ਗੱਲ ਤੁਹਾਡੇ ਸਵਾਲ ਦੀ, ਜਿਹੜੇ ਕਾਂਗਰਸ ਦੇ ਜਿਹੜੇ ਅਨਾਉਂਸ ਕਰਨੇ ਆ ਉਹਨਾਂ ਨੇ ਜੋ ਆਪਦੇ ਕੈਂਡੀਡੇਟ, ਕਾਂਗਰਸ ਪਾਰਟੀ ਬਿਲਕੁਲ ਤਿਆਰ ਇਲੈਕਸ਼ਨ ਲੜਨ ਵਾਸਤੇ। ਪੱਟੀ ਸਾਹਿਬ, ਤੁਸੀਂ ਕੀ ਪੁੱਛਣਾ ਚਾਹੁੰਦੇ ਭੁੰਦੜ ਸਾਹਿਬ ਨੂੰ? ਮੈਂ ਪੁੱਛਣਾ ਚਾਹੁੰਦਾ ਵੀ 2014 ਦੇ ਵਿੱਚ ਕਾਂਗਰਸ ਦੀ ਇੰਨੀ ਬੁਰੀ ਹਾਲਤ ਹੋਣ ਦਾ ਕੀ ਕਾਰਨ ਸੀਗਾ? ਉਹਦੇ ਬਾਰੇ ਭ੍ਰਿਸ਼ਟਾਚਾਰ ਜ਼ਿੰਮੇਵਾਰ ਸੀ, ਬੇਰੁਜ਼ਗਾਰੀ ਜ਼ਿੰਮੇਵਾਰ ਸੀ ਕਿ ਕਾਂਗਰਸ ਸਰਕਾਰ ਜ਼ਿੰਮੇਵਾਰ ਸੀ? ਸਰ ਡਾਕਟਰ ਮਨਮੋਹਨ ਸਿੰਘ ਦੀ ਪਿਛਲੀ ਤੁਸੀਂ ਵੇਖੀ ਆ ਕਾਰਜਕਾਰੀ ਕਾਂਗਰਸ ਪਾਰਟੀ ਦੀ ਵੇਖੀ ਆ, ਇੱਕੋ ਇੱਕ ਮੈਂ ਸਮਝਦਾ ਜੋ ਲਾਸ ਦੇਗੀ ਕਾਂਗਰਸ ਪਾਰਟੀ ਨੂੰ, ਜੋ ਮੋਦੀ ਸਾਹਿਬ ਸੀ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨਹੀਂ, ਮੇਰਾ ਕਾਂਗਰਸ ਪਾਰਟੀ ਦੇ ਆ। ਜੇ ਮੈਂ ਪੰਜਾਬੀ 'ਚ ਇਹ ਕਹਾਂ ਕਿ ਮੋਦੀ ਸਾਹਿਬ ਦਾ ਭਾਸ਼ਣ ਵਿਕ ਗਿਆ, ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਨੂੰ ਸਾਰਾ ਹਿੰਦੁਸਤਾਨ ਨਹੀਂ ਬਲਕਿ ਦੁਨੀਆ ਜਾਣਦੀ ਆ। ਮੋਦੀ ਸਾਹਿਬ ਉਦੋਂ ਹਾਲਾਤ ਇਹੋ ਜਿਹੇ ਪੈਦਾ ਕਰਤੇ, ਬੀਜੇਪੀ ਨਹੀਂ, ਮੋਦੀ ਸਾਹਿਬ ਜਿੱਤੇ, ਉਹਨਾਂ ਨੇ ਆਪਦਾ ਭਾਸ਼ਣ ਦਾ ਮੁੱਲ ਵੱਟਿਆ। ਇਸ ਵਾਰ ਉਹ ਨਹੀਂ ਹੋਣ ਵਾਲਾ, ਕਿਉਂਕਿ ਭਾਸ਼ਣ ਤੇ ਗੱਲਾਂ ਲੱਛੇਦਾਰ ਭਾਸ਼ਣ ਜਿਹੜੇ ਲੋਕਾਂ ਨੇ ਬਹੁਤ। ਸਰਦਾਰ ਸਾਹਿਬ ਸਿੰਘ ਜੀ ਪੱਟੀ ਸਾਹਿਬ ਇਹ ਪੁੱਛਣਾ ਚਾਹੁੰਦੇ ਕਿ ਕਾਂਗਰਸ ਜਿਹੜੀ 2014 ਦੇ ਵਿੱਚ ਫਲਾਪ ਕਿਉਂ ਹੋਈ? ਉਹੀ ਮੈਂ ਦੱਸਣਾ ਚਾਹਣਾ ਜੀ ਕਿ 2014 ਜਿਹੜੇ ਆ ਸਬਜ਼ਬਾਜ਼ ਲੋਕਾਂ ਨੂੰ ਜ਼ਿਆਦਾ ਵਿਖਾਏ ਗਏ, ਲੋਕਾਂ ਨੂੰ ਉਮੀਦਾਂ ਜ਼ਿਆਦਾ ਵਿਖਾਈਆਂ ਗਈਆਂ, ਜਿੰਨਾ ਚ ਅੱਜ ਆਪਾਂ ਵੇਖ ਰਹੇ ਹਾਂ ਕੋਈ ਪੂਰਾ ਨਹੀਂ ਉਤਰਿਆ ਗਿਆ ਬੀਜੇਪੀ ਤੋਂ। ਅੱਜ ਵੇਖੀ ਜਾਓਗੇ ਤੁਸੀਂ, ਜਦੋਂ ਹੁਣ ਕਿਤੇ ਰਿਜ਼ਲਟ ਆਉਣਗੇ ਸੇਮ ਉਸੇ ਤਰ੍ਹਾਂ ਰਿਜ਼ਲਟ ਆਉਣਗੇ, ਲੋਕੀ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਉਹਨਾਂ ਨੇ ਪਿਛਲੇ ਸਾਲ ਦੇ ਜਿਹੜੇ ਹਿੰਦੁਸਤਾਨ ਦੇ ਲੋਕ ਬੀਜੇਪੀ ਦੇ ਉਹਨਾਂ ਭਾਸ਼ਣਾਂ 'ਚ ਗਾਉਣ ਵਾਲੇ ਨਹੀਂ। ਜਿਹੜੀ ਤੁਸੀਂ ਕਹਿੰਦੇ ਹੋ ਕਿਉਂ ਹੋਇਆ, ਉਹ ਹੀ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਕਿ ਮੋਦੀ ਸਾਹਿਬ ਦਾ ਭਾਸ਼ਣ ਵਿਕ ਗਿਆ,
ਜੀ ਭਾਸ਼ਣ ਵਿਕਿਆ ਮੈਂ ਕਹੂੰਗਾ ਪੰਜਾਬੀ। ਹਾਂਜੀ ਭਾਸ਼ਣ ਵਿਕਿਆ ਪੱਟੀ ਸਾਹਿਬ ਜੀ, ਉਹ ਗੱਲ ਇਹ ਕਹਿ ਰਹੇ ਨੇ ਕਿ ਭਾਸ਼ਣ ਵਿਕਿਆ। ਮੈਂ ਇਹ ਕਹਿ ਰਿਹਾ ਜੀ ਭਾਸ਼ਣ ਤੇ ਐਤਕੀ ਵੀ ਵਿਕਣਾ ਹੁੰਦਾ ਨਾ, ਉਸ ਵਿਅਕਤੀ ਨੂੰ ਆਪਣਾ ਭਾਸ਼ਣ ਕਰਨਾ ਆਉਂਦਾ ਵਾ, ਉਹ ਲੋਕਾਂ ਦੇ ਦਿਲਾਂ ਤੇ ਆਪਣਾ ਰਾਜ ਕਰਨਾ ਜਾਣਦਾ ਵਾ। ਮੇਰਾ ਮਤਲਬ ਇਹ ਆ ਵੀ ਜਿਹੜੀਆਂ ਪਿਛਲੇ ਨਲਾਇਕੀਆਂ ਹੋਈਆਂ ਕਾਂਗਰਸ ਸਰਕਾਰ ਤੋਂ, ਜਿਵੇਂ ਤੁਹਾਡਾ ਕੋਇਲਾ ਘੁਟਾਲਾ ਹੋ ਗਿਆ, ਸਪੈਕਟਰਮ ਘੁਟਾਲਾ ਹੋ ਗਿਆ, ਇਹੋ ਜਿਹੇ ਘੁਟਾਲੇ ਜਿਹੜੇ ਹੋਏ ਆ ਉਹਨਾਂ ਤੋਂ ਸਬਕ ਸਿੱਖ ਕੇ ਹੁਣ ਕਾਂਗਰਸ ਪਾਰਟੀ ਆਪਣੀ ਰਣਨੀਤੀ ਅਗਲੀ ਕੀ ਬਣਾਈ ਹੈ, ਉਹ ਕਿਵੇਂ ਉਹਨਾਂ ਨੂੰ ਕਿਵੇਂ ਲੋਕਾਂ ਨੂੰ ਜਾ ਕੇ ਕਹੂਗੀ ਵੀ ਅਸੀਂ ਦੁਬਾਰਾ ਨਹੀਂ ਹੋਣ ਦਿਆਂਗੇ ਇਹਨਾਂ ਨੂੰ। ਜੇ ਤੁਸੀਂ ਸਾਹਿਬ ਘੁਟਾਲਿਆਂ ਦੀ ਗੱਲ ਕਰਦੇ ਹੋ, ਮੈਂ ਸਮਝਦਾ ਤੇ ਘੁਟਾਲੇ ਤਾਂ ਜਿੰਨੇ ਬੀਜੇਪੀ ਸਰਕਾਰ 'ਚ ਹੋਏ ਆ, ਕਿੰਨੇ ਲੋਕ ਹਿੰਦੁਸਤਾਨ ਦੀ ਪ੍ਰਾਪਰਟੀ, ਹਿੰਦੁਸਤਾਨ ਦਾ ਬੀਜੇਪੀ ਦੇ ਬਾਅਦ ਚਾਹੁੰਦੇ, ਬੀਜੇਪੀ ਦੇ ਬਾਅਦ ਚਾਹੁੰਦੇ, ਬੀਜੇਪੀ ਦੇ ਬਾਅਦ ਚਾਹੁੰਦੇ, ਪਹਿਲਾਂ ਤੁਹਾਡੀ ਗੱਲ ਕਰਦੇ ਆਪਾਂ। ਹਿੰਦੁਸਤਾਨ ਦੇ ਲੋਕਾਂ ਨੂੰ ਕਾਲਾ ਧਨ ਵਾਪਸ ਲਿਆਉਣ ਦੇ ਸਬਜ਼ ਵਿਖਾਏ ਗਏ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਸੋ ਇਸ ਕਰਕੇ ਮੈਂ ਸਮਝਦਾ ਹੈ ਕਿ ਨਹੀਂ ਲੋਕ ਆਉਣਗੇ। ਕਾਂਗਰਸ ਪਾਰਟੀ ਨੇ ਜੋ ਵਾਅਦੇ ਤਾਂ ਕਰਦੀ ਆ ਉਹਦੇ ਚੋਂ ਪੂਰੇ ਵੀ ਕਰਦੀ ਆ, ਪਰ ਇਹੋ ਜੀ ਠੱਗੀ ਜਿਹੜੀ ਜਨਤਾ ਨੇ ਇਸ ਵਾਰ ਬੀਜੇਪੀ ਦੇ ਹੱਥੋਂ ਖਾਧੀ ਆ, ਉਹ ਕਦੀ ਕਾਂਗਰਸ ਨੇ ਇਹੋ ਜਿਹੇ ਕੰਮ ਨਹੀਂ ਕੀਤੇ। ਕਿ ਠੱਗੀ ਗਈ ਬੀਜੇਪੀ ਦੇ ਹੱਥੋਂ, ਜਿਹੜੀ ਹਿੰਦੁਸਤਾਨ ਦੀ ਜਿਹੜੀ ਉਹ ਠੱਗੀ ਗਈ ਬੀਜੇਪੀ ਤੋਂ, ਇਸ ਵਾਰ ਉਹ ਗੱਲ ਨਹੀਂ ਚੱਲਣ ਵਾਲੀ ਹੈ। ਹਰਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਜਿਸ ਤਰ੍ਹਾਂ ਦੀਆਂ ਗੱਲਾਂ ਸੁਣ ਰਿਹਾ ਵਾਂ, ਮੈਨੂੰ ਐਂ ਲੱਗਦਾ ਹੈ ਕਿ ਲੋਕ ਜਿਹੜੇ ਆ ਉਹ 5 ਸਾਲ ਦੇ ਵਿੱਚ ਹੀ ਸਾਰਾ ਕੁਝ ਭੁੱਲ ਜਾਂਦੇ ਆ ਕਿ ਪਿੱਛੇ ਕੀ ਹੋਇਆ ਤੇ ਹੁਣ ਕੀ ਹੋਣ ਵਾਲਾ ਆ। ਸੋ ਮੈਂ ਸਮਝਦਾ ਕਿ ਵੋਟਰ ਨੂੰ ਸਮਝਦਾਰ ਹੋਣਾ ਚਾਹੀਦਾ ਜੇਕਰ ਚੰਗੀ ਸਰਕਾਰ ਜਿਹੜੀ ਆ ਉਹ ਚੁਣਨੀ ਆ, ਕਿਉਂਕਿ ਹੁਣ ਕਾਂਗਰਸ ਨੇ ਜੋ ਕੁਝ ਪਹਿਲਾਂ ਕੀਤਾ ਸੀਗਾ, ਉਸ ਤੋਂ ਬਾਅਦ ਦੇ ਵਿੱਚ ਬੀਜੇਪੀ ਆਈ, ਉਹਨਾਂ ਨੇ ਜੋ ਕੁਝ ਕੀਤਾ ਆ, ਪਰ ਇਹ ਆ ਕਿ ਇਹਨਾਂ ਦੇ ਕੋਲ, ਲੋਕਾਂ ਦੇ ਕੋਲ ਆਪਸ਼ਨ ਜਿਹੜੀ ਆ ਉਹ ਵੀ ਨਹੀਂ ਹੈਗੀ ਕਿ ਕਿਹੜੀ ਤੀਸਰੀ ਜਿਹੜੀ ਆ ਉਹ ਵੱਡੀ ਪਾਰਟੀ ਜਿਹੜੀ ਆ ਉਸ ਨੂੰ ਜਿਹੜਾ ਆ ਚੁਣਿਆ ਜਾਵੇ। ਸੋ ਸਰਕਾਰ ਜਿਹੜੀ ਵੀ ਆਊਗੀ, ਮੈਂ ਸਮਝਦਾ ਕਿ ਸ਼ਾਇਦ ਪੋਲੀਟੀਕਲ ਸਿਸਟਮ ਜਿਹੜਾ ਇੰਨਾ ਗੰਧਲਾ ਹੋ ਚੁੱਕਾ ਆ ਕਿ 5 ਸਾਲ ਦੀ ਵਾਰੀ ਜਿਹੜੀ ਆ ਉਹ ਵੱਜੀ ਹੋਈ ਆ ਤੇ ਉਸ ਦੇ ਵਿੱਚ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਆ ਹਰ ਇੱਕ ਲੀਡਰ ਦੇ ਵੱਲੋਂ ਜੀ। ਸੋ ਇਸੇ ਤਰ੍ਹਾਂ ਹੀ ਇਹ ਸਿਸਟਮ ਜਿਹੜਾ ਉਹ ਆਪਣਾ ਆਪ ਪਛਾਣਨਾ ਚਾਹੀਦਾ ਆ। ਪਿਛਲੀ ਵਾਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜਾ ਨੋਟਾਂ ਦਾ ਬਟਨ ਜਿਹੜਾ ਆ ਉਹ ਦਬਾਇਆ ਸੀ, ਉਹ ਕਿਸ ਚੀਜ਼ ਵੱਲ ਇਸ਼ਾਰਾ ਕਰਦਾ ਆ, ਇਹ ਸਾਨੂੰ ਸਮਝਣ ਦੀ ਜਿਹੜੀ ਆ ਉਹ ਲੋੜ ਆ। ਠੀਕ ਹੈ ਜੀ, ਵੋਟਰ ਵਿਕਦਾ ਆ। ਭੁੰਦਰ ਸਾਹਿਬ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਸ ਵਾਰੀ ਜਿਹੜੀ ਕਿ ਕਈ ਵਾਰੀ ਆਮ ਆਪਾਂ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਆ, ਸੁਣਦੇ ਵੀ ਆ ਕਿ ਵੋਟਰ ਜਿਹੜਾ ਵਿਕ ਜਾਂਦਾ ਆ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਾਹਿਬ ਇਸ ਗੱਲ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਹਾਂ। ਵੋਟਰ ਵਿਕਦਾ ਹੈ, ਵੋਟਰ ਲੋਕ ਗਰਜਾਂ ਨਾਲ ਵੱਜ ਗਏ, ਪੰਜਾਬੀ ਚ ਮੈਂ ਕਹਾਂ ਲੋਕ ਗਰਜਾਂ ਨਾਲ ਤੇ ਸਵਾਰਥਾਂ ਨਾਲ ਵੱਜ ਗਏ। ਇਸ 'ਚ ਵੀ ਕੋਈ ਦੋ ਰਾਇ ਨਹੀਂ, ਕਿਤੇ ਨਾ ਕਿਤੇ ਹਿੰਦੁਸਤਾਨ ਦੀ ਰਾਜਨੀਤੀ ਚ ਨਿਗਾਰ ਜ਼ਰੂਰ ਆਇਆ ਹੈ ਜੀ, ਕੋਈ ਦੋ ਰਾਇ ਨਹੀਂ ਜੀ। ਪਰ ਜਿੰਨਾ ਨਿਗਾਰ, ਫਿਰ ਮੈਂ ਉਹੀ ਗੱਲ ਕਹਿਣੀ, ਜਿੰਨਾ ਨਿਗਾਰ ਪਿਛਲੇ 5 ਸਾਲਾਂ ਚ ਜਿੰਨਾ ਲੋਕਾਂ ਦਾ ਰਾਜਨੀਤਿਕ ਲੀਡਰਾਂ ਤੋਂ ਮੋਹ ਭੰਗ ਪਿਛਲੇ 5 ਸਾਲਾਂ ਚ ਹੋਇਆ ਜੀ। ਪਹਿਲਾਂ ਹਿੰਦੁਸਤਾਨ ਚ ਮੇਰੇ ਖਿਆਲ ਇਹ ਪਹਿਲੀ ਵਾਰ ਹੋਇਆ ਕਿ ਜਿਹੜਾ ਵੋਟਰ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ, ਉਹਨੂੰ ਉਹ ਹਰੇਕ ਇੱਕ ਰਾਜਨੀਤਿਕ ਪਾਰਟੀ ਨੂੰ ਸ਼ੱਕ ਦੀ ਨਿਗਾਹ ਨਾਲ, ਹਰੇਕ ਲੀਡਰ ਨੂੰ ਸ਼ੱਕ ਦੀ ਨਿਗਾਹ ਨਾਲ ਤਾਂ ਹੀ ਵੇਖਣ ਲੱਗ ਗਿਆ ਕਿਉਂਕਿ ਸਬਜ਼ਬਾਜ਼ ਇੰਨੇ ਵਿਖਾਏ ਗਏ, ਚੰਦ ਤੋਂ ਆਕਾਸ਼ ਤੋਂ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕੀਤੀਆਂ ਗਈਆਂ, ਕਾਲੇ ਧਨ ਵਰਗੀਆਂ ਗੱਲਾਂ ਕੀਤੀਆਂ ਗਈਆਂ। ਸੋ ਇਹ ਗੱਲ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਵੋਟਰ ਆ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ, ਜੇ ਪੰਜਾਬੀ ਚ ਦੁਖੀ ਮਹਿਸੂਸ ਕਰਦਾ। ਪੱਟੀ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਇਹ ਸਿਸਟਮ ਰਾਜਨੀਤੀ ਦੇ ਵਿੱਚ ਇਹ ਸਿਸਟਮ ਹੀ ਲਾਗੂ ਹੋਇਆ ਜਾਂ ਇਹ ਸਿਸਟਮ ਚੱਲ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਫ਼ ਸੁਥਰਾ ਜਿਹੜਾ ਅੱਗੇ ਆਉਣ ਵਾਲਾ ਸ਼ੀਸ਼ਾ ਉਹ ਦਿਸੇਗਾ ਕਿ ਨਹੀਂ ਦਿਸੇਗਾ? ਵੇਖੋ ਜੀ, ਆਪ ਸਾਡੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਸਾਨੂੰ ਸਾਰਿਆਂ ਨੂੰ ਮਾਣ ਹੈ ਡਾਕਟਰ ਮਨਮੋਹਨ ਸਿੰਘ ਤੇ ਜੀ। ਡਾਕਟਰ ਮਨਮੋਹਨ ਸਿੰਘ ਨੇ ਜਦੋਂ ਆਪਣੀ ਚੋਣ ਦਿੱਲੀ ਦੇ ਵਿੱਚ ਲੜੀ ਤੇ ਚੋਣ ਹਾਰ ਗਏ, ਹਮਦਰਦਨ ਕਰੇ ਨਹੀਂ ਸੀ, ਨਾ ਕਿਸੇ ਨੂੰ ਸ਼ਰਾਬ ਪਈ ਸੀ, ਨਾ ਕਿਸੇ ਨੂੰ ਪੈਸਾ ਦਿੱਤਾ ਸੀ। ਉਹਨਾਂ ਲੋਕਾਂ ਨੂੰ ਕਿਹਾ ਸੀ ਸਾਡੇ ਕੋਲ ਇਹ ਪ੍ਰੋਗਰਾਮ ਹੈਗੇ, ਪ੍ਰੋਗਰਾਮ ਦੱਸੇ ਸੀ ਉਹਨਾਂ ਨੇ ਜੀ। ਉਹ ਹਾਰੇ ਕਿਉਂ? ਅਗਲੀ ਗੱਲ, ਜਦੋਂ ਉੱਥੇ ਖੁਸ਼ਵੰਤ ਸਿੰਘ, ਜਿਹੜੇ ਖੁਸ਼ਵੰਤ ਸਿੰਘ ਲਿਖਾਰੀ ਤੇ ਉਹ ਆਪਣੀ ਇੱਕ ਆਪ ਆਰਟੀਕਲ 'ਚ ਲਿਖਦੇ ਨੇ ਕਿ ਇੱਕ ਬਸਤੀ ਦੇ ਲੋਕ ਜਿਹੜੇ ਕਾਂਗਰਸ ਦਫ਼ਤਰ ਦੇ ਵਿੱਚ ਆ ਗਏ ਵੀ ਸਾਨੂੰ 50,000 ਰੁਪਏ ਦੇ ਦਿਓ, ਸਾਰੀ ਵੋਟਾਂ ਨੂੰ ਪਾ ਦਿਆਂਗੇ ਜੀ। ਉਸ ਟਾਈਮ ਤੇ ਪਤਾ ਸੀ ਡਾਕਟਰ ਮਨਮੋਹਨ ਸਿੰਘ ਨੇ ਇਹ ਕੰਮ ਨਹੀਂ ਕਰਨਾ ਜੀ, ਤੇ ਖੁਸ਼ਵੰਤ ਸਿੰਘ ਨੇ ਆਪਣੀ ਜੇਬ ਚੋਂ 50,000 ਰੁਪਏ ਦੇ ਦਿੱਤਾ। ਤੇ ਕਾਂਗਰਸੀ ਵੀ ਸੋਚਦੇ ਵੀ ਜਿਹਨੇ ਪੈਸੇ ਦਿੱਤੇ ਜੁੱਤੀਆਂ ਕੌਣ ਖਾਓ ਡਾਕਟਰ ਕੋਲੋਂ ਜੀ, ਡਾਕਟਰ ਨੇ ਕੰਮ ਨਹੀਂ ਕਰਨਾ ਜੀ। ਡਾਕਟਰ ਸਾਹਿਬ ਨੇ ਜਦੋਂ 50,000 ਰੁਪਏ ਦੇ ਦਿੱਤਾ ਤੇ ਜੋ ਇਲੈਕਸ਼ਨ ਹੋ ਗਈ ਉਹ ਹਾਰ ਗਏ। ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਮੇਰੀ ਖਾਤਰ ਖੁਸ਼ਵੰਤ ਸਿੰਘ ਨੇ 50,000 ਰੁਪਏ ਦਿੱਤਾ ਵਾ ਵੋਟਾਂ ਖਰੀਦਣ ਵਾਸਤੇ ਜੀ,
ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ, ਉਹਨਾਂ ਦੇ ਘਰ ਗਿਆ, ਮੈਂ ਕਹਾ ਚਾਹ ਪਾਣੀ ਪੀਤਾ ਤੇ ਬਾਅਦ ਚ 50,000 ਰੁਪਏ ਉਹਦੇ ਟੇਬਲ ਤੇ ਰੱਖਿਆ ਵੀ ਚੁੱਕੋ 50,000 ਰੁਪਏ ਤੇਰਾ ਮੇਰੇ ਵਾਸਤੇ ਖਰਚ ਕੀਤਾ, ਲੇਕਿਨ ਮੇਰਾ ਨਾਲ ਲਾਂਭਾ ਹੈਗਾ ਤੁਹਾਨੂੰ ਜੀ ਕਿ ਮੇਰੀ ਖਾਤੇ ਮੇਰੀ ਇਲੈਕਸ਼ਨ ਤੁਸੀਂ ਵੋਟਾਂ ਕਿਉਂ ਖਰੀਦੀਆਂ, ਮੈਨੂੰ ਹਾਰ ਮਨਜ਼ੂਰ, ਮੈਂ ਜਿੱਤ ਦੀ ਗੱਲ ਨਹੀਂ ਕਰਦਾ। ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਡੇਟ 'ਚ ਡਾਕਟਰ ਮਨਮੋਹਨ ਸਿੰਘ ਜਿਹੜੇ ਅੰਮ੍ਰਿਤਸਰ ਆ ਰਹੇ ਆ ਇਲੈਕਸ਼ਨ ਲੜਨ ਵਾਸਤੇ, ਜੀ ਜੇ ਉਹ ਇੱਥੇ ਆਉਂਦੇ ਇਲੈਕਸ਼ਨ ਲੜਨ ਵਾਸਤੇ ਤੇ ਸਭ ਤੋਂ ਮਹਿੰਗੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਹੁੰਦੀ ਆ। ਪਰ ਪੱਟੀ ਮੈਂ ਨਹੀਂ ਕਿਹਾ ਪੱਟੀ ਸਾਹਿਬ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਨੇ ਇਨਕਾਰ ਕਰ ਦਿੱਤਾ ਚੋਣ ਲੜਨ ਤੋਂ। ਮੈਂ ਤੁਹਾਨੂੰ ਕਹਿ ਰਿਹਾ ਜੀ, ਜੇ ਆਉਂਦੇ ਤੇ ਕਿ ਉਹਨਾਂ ਨੇ ਇਨਕਾਰ ਕਰਤਾ, ਜੇ ਕਿ ਪਾਰਟੀ ਦੇ ਹੁਕਮ ਹੋ ਗਿਆ ਤੇ ਫਿਰ ਇਲੈਕਸ਼ਨ ਲੜਨੀ ਪਵੇਗੀ। ਠੀਕ ਹੈ ਜੀ ਪੱਟੀ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਬਾਅਦ ਵਿੱਚ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਚੀਮਾ ਜੀ, ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰੀਏ ਜੀ। ਹਾਂਜੀ ਚੀਮਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ। ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਜਿਹੜੀਆਂ ਇਲੈਕਸ਼ਨ ਆ ਰਹੀਆਂ, ਚੋਣਾਂ ਆ ਰਹੀਆਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੇਰਾ ਖਿਆਲ ਜੀ ਕਿਉਂਕਿ ਕਾਲ ਜਿਹੜੀ ਉਹ ਡ੍ਰੌਪ ਹੋ ਚੁੱਕੀ ਹੈ। ਹਾਂਜੀ ਪੱਟੀ ਸਾਹਿਬ, ਤੁਸੀਂ ਕੀ ਕਹਿ ਰਹੇ ਸੀਗੇ? ਮੈਂ ਇਹ ਕਹਿ ਰਿਹਾ ਸੀ ਵੀ ਜੇ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਚੋਣ ਲੜਦੇ ਤੇ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਮਹਿੰਗੀ ਚੋਣ ਅੰਮ੍ਰਿਤਸਰ ਦੀ ਹੋਏਗੀ, ਪਿੱਛੇ ਵੀ ਰਹੀ ਆ। ਅੱਜ ਵੀ ਡੀਸੀ ਨੇ ਪ੍ਰੈਸ ਕੀਤੀ ਸੀ, ਉਹਨੇ ਕਿਹਾ ਸੀ ਵੀ ਸਭ ਤੋਂ ਮਹਿੰਗੀ ਚੋਣ ਅੰਮ੍ਰਿਤਸਰ 'ਚ ਹੁੰਦੀ ਆ ਜੀ। 70 ਲੱਖ ਰੁਪਇਆ ਤੇ ਤੁਹਾਨੂੰ ਇਹ ਕਹਿ ਰਹੀ ਆਪਣੇ ਤੌਰ ਤੇ ਚੋਣ ਕੁਛ ਨੇ ਕਹਿਤਾ ਤੁਸੀਂ ਖਰਚ ਕਰ ਸਕਦੇ ਹੋ ਆਪਣੇ 9 ਹਲਕਿਆਂ ਦੇ ਉੱਤੇ, ਵਿਧਾਨ ਸਭਾ ਹਲਕਿਆਂ ਦੇ ਇਲੈਕਸ਼ਨ ਜਿੱਤਣ ਵਾਸਤੇ ਜੀ। ਲੇਕਿਨ ਜੇ ਉਹ ਤੋਂ ਵੱਧ ਜਾਂ 70 ਤੋਂ ਵੱਧ ਕਰੋੜਾਂ ਰੁਪਏ ਖਰਚ ਹੋਣੇ ਆ ਤਾਂ ਉਹ ਲੋਕਾਂ ਨੇ ਖਰਚ ਕਰਨੇ, ਉਹ ਡਾਕਟਰ ਨੇ ਆਪਣੀ ਜੇਬ 'ਚ ਨਹੀਂ ਕਰਨੇ। ਲੇਕਿਨ ਖਾਤੇ ਉਹ ਡਾਕਟਰ ਮਨਮੋਹਨ ਸਿੰਘ ਦੇ ਪਾਣੇ ਕੋਈ ਇਲੈਕਸ਼ਨ 'ਚ ਖਰਚ ਕੀਤੇ ਗਏ। ਤੇ ਜਦੋਂ ਇਹੋ ਜਿਹੇ ਵਿਅਕਤੀ ਜਿਹੜੇ ਆਏ ਨੇ, ਸਾਫ਼ ਸੁਥਰੇ ਵਿਅਕਤੀ, ਇੱਕ ਇਲੈਕਸ਼ਨ ਦੀ ਖਾਤਰ, ਜਿਹੜਾ ਸੀਟ ਦੀ ਖਾਤਰ ਇੱਥੇ ਆ ਕੇ ਲੜਦੇ, ਤੇ ਮੈਂ ਸੋਚਦਾ ਕੋਈ ਵਧੀਆ, ਕੋਈ ਇਹਨਾਂ ਸਿਆਣਪ ਵਾਲੀ ਗੱਲ ਨਹੀਂ ਹੋਏਗੀ। ਡਾਕਟਰ ਸਾਹਿਬ ਚੰਗਾ ਇਲੈਕਸ਼ਨ ਨਾ ਲੜਨ, ਕਿਉਂਕਿ ਉਹਨਾਂ ਦੀ 14 ਜੂਨ ਨੂੰ ਰਾਜ ਸਭਾ ਅਸਾਮ ਤੋਂ ਆਏ ਸੀ ਉਹ ਸੀਟ ਲੈ ਕੇ ਪਿਛਲੇ 5 ਸਾਲਾਂ ਤੋਂ, ਤੇ ਉਹਨਾਂ ਦੀ ਉੱਥੋਂ ਖਤਮ ਹੋ ਰਹੀ ਆ। ਅਸਾਮ ਦੇ ਵਿੱਚ ਇਸ ਵੇਲੇ ਭਾਜਪਾ ਦਾ ਰਾਜ ਆ, ਉੱਥੋਂ ਕੋਈ ਸੀਟ ਹੈ ਨਹੀਂ ਇਹਨਾਂ ਵਾਸਤੇ, ਕਾਂਗਰਸ ਵਾਸਤੇ। ਦੂਜੀ ਤਾਮਿਲਨਾਡੂ ਇੱਕ ਸੀਟ ਹੈਗੀ, ਉੱਥੇ ਵੀ ਕਾਂਗਰਸ ਦਾ ਕੁਛ ਨਹੀਂ ਹੈਗਾ। ਜੇ ਡਾਕਟਰ ਸਾਹਿਬ ਨੂੰ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਲੋੜ ਪਈ ਤੇ ਫਿਰ ਕਿਸੇ ਨਾ ਕਿਸੇ ਪੰਜਾਬ ਤੋਂ, ਜਿਵੇਂ ਅੰਬਿਕਾ ਸੋਨੀ ਆ ਜਾਂ ਤੁਹਾਡੇ ਆਪਣੇ ਦੂਲੋ ਸਾਹਿਬ ਨੇ ਜਾਂ ਤੁਹਾਡੇ ਆਪਣੇ ਬਾਜਵਾ ਸਾਹਿਬ ਨੇ, ਇਹਨਾਂ ਨੂੰ ਕਿਸੇ ਨੂੰ ਅਸਤੀਫਾ ਦੇ ਕੇ ਰਾਜ ਸਭਾ ਲੈ ਕੇ ਆਉਣਾ ਪਊਗਾ। ਤੇ ਮੇਰੀ ਇਹਨਾਂ ਨੂੰ ਅਪੀਲ ਵੀ ਆ ਕਿ ਤੁਸੀਂ ਇਹ ਗੰਦ ਨਾ ਪਿਓ, ਰਾਜ ਸਭਾ ਠੀਕ ਰੱਖੋ ਤੁਸੀਂ ਆਪਣੇ ਕੋਲੇ ਜੀ। ਠੀਕ ਹੈ ਜੀ। ਹਰਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਸੋਚਦਾ ਮੈਂ ਫਿਰ ਗੱਲ ਉੱਥੇ ਹੀ ਆਉਂਦੀ ਆ ਕਿ ਹਮੇਸ਼ਾ ਗੱਲ ਇਹ ਕਰਦੇ ਆ ਅਸੀਂ ਕਿ ਜਿਹੜੇ ਲੀਡਰ ਆ ਉਹ ਐਵੇਂ ਕਰਦੇ ਆ, ਪਰ ਆਖਰ ਨੂੰ ਵੋਟਾਂ ਜਿਹੜੀਆਂ ਆ ਉਹ ਤਾਂ ਲੋਕਾਂ ਨੇ ਹੀ ਪਾਈਆਂ ਹੁੰਦੀਆਂ ਉਹਨਾਂ ਨੂੰ। ਜਿਵੇਂ ਪੱਟੀ ਸਾਹਿਬ ਦੱਸ ਰਹੇ ਆ ਡਾਕਟਰ ਮਨਮੋਹਨ ਸਿੰਘ ਦੀ ਗੱਲ, ਮੈਂ ਸਮਝਦਾ ਹਾਂ ਕਿ ਹਾਰ ਜਿੱਤ ਜਿਹੜੀ ਆ ਉਹ ਬਹੁਤਾ ਮੈਟਰ ਜਿਹੜਾ ਆ ਉਹ ਨਹੀਂ ਕਰਦੀ। ਪਰ ਅੱਜ ਦੇ ਦਿਨ ਦੇ ਵਿੱਚ ਜੇਕਰ ਦੇਖੀਏ ਤਾਂ ਮਾਨਸਿਕਤਾ ਬਣ ਗਈ ਹੈ ਕਿ ਜਿੱਤਣ ਵਾਸਤੇ ਕਿਸੇ ਵੀ ਹੱਦ ਨੂੰ ਪਾਰ ਜਿਹੜਾ ਆ ਉਹ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਲੀਡਰਾਂ ਦੀਆਂ ਜਾਰੀ ਹੁੰਦੀਆਂ ਆ। ਸੋ ਇਹ ਹੋਣਾ ਚਾਹੀਦਾ ਵਾ ਕਿ ਦੇਸ਼ ਜਿਹੜਾ ਆ ਉਹ ਸਭ ਤੋਂ ਉੱਤੇ ਹੋਣਾ ਚਾਹੀਦਾ ਆ, ਲੋਕ ਜਿਹੜੇ ਆ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ ਆ। ਇਹ ਨਹੀਂ ਕਿ ਤੁਸੀਂ ਜਿੱਤਣ ਵਾਸਤੇ ਕੁਝ ਹੋਰ ਕਰੋ ਤੇ ਜਿੱਤ ਤੋਂ ਬਾਅਦ ਦੇ ਵਿੱਚ ਦੂਸਰਿਆਂ ਦੇ ਉੱਤੇ ਪਰਚੇ ਕਰੋ ਜਾਂ ਪਰਚੇ ਪਾਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ। ਇਹ ਇੱਕ ਵੋਟਰ ਦਾ ਆਪਣਾ ਹੱਕ ਆ, ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਵੋਟ ਜਿਹੜਾ ਆ ਉਹ ਕਰ ਸਕਦਾ ਆ। ਬਿਲਕੁਲ ਜੀ, ਸਾਫ਼ ਸੁਥਰਾ ਸਿਸਟਮ ਜਿਹੜਾ ਆ ਉਹ ਹੋਣਾ ਚਾਹੀਦਾ। ਜਿਵੇਂ ਬਾਹਰਲੇ ਮੁਲਕਾਂ ਦੀ ਅਸੀਂ ਗੱਲ ਕਰਦੇ ਆ, ਇੱਥੇ ਵਾਅਦੇ ਤਾਂ ਕਰ ਦਿੱਤੇ ਜਾਂਦੇ ਆ ਪਰ ਵਾਅਦੇ ਪੂਰੇ ਨਹੀਂ ਹੁੰਦੇ। ਫਿਰ ਜਿਹੜੇ ਇਸ ਤਰ੍ਹਾਂ ਦੇ ਵਾਅਦੇ ਹੁੰਦੇ, ਫਿਰ ਅਗਲੀ ਵਾਰ ਨੂੰ ਕੋਈ ਹੋਰ ਗੱਲਾਂ ਕਰਕੇ ਹਰ ਵਾਰੀ ਕੋਈ ਨਵਾਂ ਨਾਅਰਾ ਲੱਭਣਾ ਪੈਂਦਾ ਆ ਇਹਨਾਂ ਲੀਡਰਾਂ ਨੂੰ। ਪਿਛਲਾ ਨਾਅਰਾ ਜਿਹੜਾ ਆ ਉਸ ਦੇ ਉੱਤੇ ਤਾਂ ਖਰੇ ਪਹਿਲਾਂ ਉਤਰਦੇ ਨਹੀਂ ਗਏ। ਸੋ ਇਹ ਸਿਸਟਮ ਜਿਹੜਾ ਆ ਮੈਂ ਸਮਝਦਾ ਕਿ ਬੜਾ ਗੰਦਲਾ ਹੋ ਚੁੱਕਾ ਆ ਜੀ। ਮੈਂ ਪੁੰਦਰ ਸਾਹਿਬ ਜੀ, ਮੈਂ ਆਪ ਦੇ ਵੱਲ ਆਵਾਂ। ਮੈਂ ਪੁੱਛਣੀ ਚਾਹੁੰਦਾ ਗੱਲ, ਜਿਵੇਂ ਕਿ ਆਪ ਜੀ ਨੇ ਗੱਲ ਸ਼ੁਰੂ ਕੀਤੀ ਸੀ ਕਿ ਸਬਜ਼ ਬਾਗ ਜਿਹੜੇ ਬੜੇ ਦਿਖਾਏ ਜਾਂਦੇ ਆ, ਸਬਜ਼ ਬਾਗ ਜਿਹੜੇ ਬੜੇ ਦਿਖਾ ਕੇ ਵੋਟਾਂ ਲਈਆਂ ਜਾਂਦੀਆਂ। ਪਿਛਲੇ ਸਮੇਂ ਦੇ ਵਿੱਚ ਕੋਈ ਤੁਹਾਡੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਇਦਾਂ ਦੇ ਜਿਹੜੇ ਸਬਜ਼ ਬਾਗ ਤਾਂ ਨਹੀਂ ਦਿਖਾਏ ਗਏ? ਪੰਜਾਬ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਬੜਾ ਭਾਰੀ ਬਹੁਮਤ ਲੈ ਕੇ ਇੱਥੇ ਸਰਕਾਰ ਬਣੀ ਜੀ। ਜਿਵੇਂ ਅਕਾਲੀਆਂ ਵੱਲੋਂ ਦੁਬਾਰਾ ਰੌਲਾ ਪਾਇਆ ਜਾ ਰਿਹਾ ਜੀ, ਕਰਜ਼ਾ ਮਾਫੀ ਜਿਹੜਾ ਕਿ ਮੇਨ ਮੁੱਦਾ ਅਕਾਲੀ ਦਲ ਵੱਲੋਂ ਬਣਾਇਆ ਜਾ ਰਿਹਾ ਜੀ। ਪੰਜਾਬ ਦੇ ਵਿੱਚ ਹੋਰ ਸੂਬਿਆਂ 'ਚ ਵੀ ਉਹਨਾਂ ਨਹੀਂ ਹੋਇਆ ਜਿੰਨਾ ਕਿ ਕਾਂਗਰਸ ਸਰਕਾਰ ਨੇ 2 ਲੱਖ ਰੁਪਏ ਤੱਕ ਗਰੀਬ ਕਿਸਾਨਾਂ ਦਾ ਮਾਫ ਕੀਤਾ ਸ਼ੁਰੂਆਤ ਜੀ। 2 ਸਾਲ ਸਰਕਾਰ ਚੱਲੀ, ਕਾਫੀ ਮੈਂ ਸਮਝਦਾ 70%
ਜਿਹੜੇ ਛੋਟੇ ਜ਼ਿਮੀਂਦਾਰ ਸੀ ਉਹਨਾਂ ਨੂੰ ਰਾਹਤ ਮਿਲੀ, ਇਹ 'ਚ ਕੋਈ ਦੋ ਰਾਏ ਨਹੀਂ। ਜੀ ਜਿਵੇਂ ਜਿਵੇਂ ਅੱਗੇ ਕਦਮ ਬਾਈ ਕਦਮ ਅੱਗੇ ਸਰਕਾਰ ਚੱਲਦੀ ਜਾਊਗੀ, ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਿੰਦੁਸਤਾਨ ਲੈਵਲ ਤੇ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਹੈ, ਕਿਉਂਕਿ ਬੀਜੇਪੀ ਦੀ ਸਰਕਾਰ ਹੁੰਦਿਆਂ ਸਟੇਟ ਗਵਰਨਮੈਂਟ ਨੂੰ ਬਹੁਤ ਘੱਟ ਜਿਹੜਾ ਉਹ ਸਹਿਯੋਗ ਦਿੱਤਾ ਜਾਂਦਾ ਸੀ। ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ ਜਦੋਂ ਹਿੰਦੁਸਤਾਨ 'ਚ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਹੈ, ਰਾਹੁਲ ਗਾਂਧੀ ਜੀ ਦੇ ਛਤਰ ਛਾਇਆ ਥੱਲੇ ਬਣ ਜਾ ਰਹੀ ਹੈ, ਜਿਵੇਂ ਕਿ ਭਾਈ ਸਾਹਿਬ ਨੇ ਗੱਲ ਕੀਤੀ, ਡਾਕਟਰ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨ ਜਾ ਰਹੇ ਆ, ਇਹੋ ਜਿਹੇ ਚਿਹਰੇ ਮਨਮੋਹਨ ਸਿੰਘ ਵਰਗੇ ਚਿਹਰੇ ਹਿੰਦੁਸਤਾਨ ਲੈਵਲ ਤੇ ਚਮਕਣਗੇ ਤਾਂ ਬੜੀ ਛੇਤੀ ਜਿਹੜੇ ਵਾਅਦੇ ਕੀਤੇ ਆ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਸਟੇਟਾਂ ਵੱਲੋਂ ਕੀਤੇ, ਬੜੀ ਛੇਤੀ ਤੇ ਤੇਜ਼ੀ ਨਾਲ ਵਾਅਦੇ ਜਿਹੜੇ ਪੂਰੇ ਕੀਤੇ ਜਾਣਗੇ। ਠੀਕ ਹੈ ਜੀ, ਪੱਟੀ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਵੇਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ ਹੈ ਕਿ ਉਹ ਇੱਕ ਸਾਫ਼ ਸੁਥਰੇ ਜਿਹੜੇ ਜੀਵਨ ਵਾਲੇ ਸਨ, ਪਰ ਜੇ ਰਾਜਨੀਤੀ ਦੇ ਵਿੱਚ ਬਿਲਕੁਲ ਸਾਫ਼ ਸੁਥਰਾ ਇਸੇ ਤਰ੍ਹਾਂ ਦਾ ਪ੍ਰਬੰਧ ਹੋਵੇ ਤੇ ਉਹ ਕਦੋਂ ਆ ਸਕਦਾ, ਕਿਹੜੇ ਕਾਰਨ ਕਰਨੇ ਪੈਣਗੇ, ਕੀ ਕਰਨਾ ਪਊਗਾ ਕਿ ਜਿਹੜਾ ਇਸ ਤਰ੍ਹਾਂ ਦਾ ਪ੍ਰਬੰਧ ਲੋਕਾਂ ਨੂੰ ਮਿਲ ਸਕੇ? ਜਦੋਂ ਲੋਕ ਪੜ੍ਹ ਲਿਖ ਜਾਣਗੇ ਜੀ, ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪੈਣਗੇ, ਉਹਨਾਂ ਨੂੰ ਪਤਾ ਲੱਗੇਗਾ ਵੀ ਸਰਕਾਰ ਆਪਣੇ ਵਾਸਤੇ ਆਪਣੇ ਵਿਕਾਸ ਵਿੱਚ ਚੁਣਨੀ ਆ ਜੀ, ਇਹਨਾਂ ਲੋਕਾਂ ਨੇ ਸਾਡੇ ਵਿਕਾਸ ਦੇ ਕੰਮ ਕਰਨੇ, ਸਾਡੇ ਵਾਸਤੇ ਨੀਤੀਆਂ ਬਣਾਉਣੀਆਂ ਵਾ। ਜਦੋਂ ਇਹ ਲੋਕ ਸਮਝ ਜਾਣਗੇ ਤੇ ਵੋਟ ਆਪਣੀ ਮਰਜ਼ੀ ਦਾ ਪਾਉਣਗੇ, ਆਪਣੀ ਸਿਆਣਪ ਦਾ ਪਾਉਣਗੇ, ਆਪਣੀ ਬੁੱਧੀ ਦਾ ਪਾਉਣਗੇ ਜੀ। ਅੱਜ ਦੀ ਡੇਟ ਦੇ ਵਿੱਚ ਵੋਟਾਂ ਵਿਕਦੀਆਂ, ਜਿਵੇਂ ਰਿੰਦਰ ਹੋਣਾ ਕਿਹਾ, ਬਿਲਕੁਲ ਸਹੀ ਗੱਲ ਆ। ਜੇ ਪਿੰਡਾਂ ਦੇ ਪਿੰਡ ਵਿਕਦੇ, ਦੱਸੋ ਸਾਨੂੰ ਕੀ ਦਿੰਦੇ, ਤੁਸੀਂ ਕਿੰਨੇ ਪੈਸੇ ਦੇ ਤੁਹਾਨੂੰ ਵੋਟਾਂ ਪਾ ਦਿਆਂਗੇ ਅਸੀਂ ਜੀ। ਤੇ ਲੀਡਰ ਜਿਹੜਾ ਲੀਡਰ ਆ, ਅੱਜ ਦਾ ਲੀਡਰ ਜਿਹੜਾ, ਉਹਨੇ ਵਪਾਰਕ ਅਦਾਰਾ ਬਣਾ ਲਿਆ। ਸਿਆਸਤ ਸੇਵਾ ਦਾ ਕੰਮ ਸੀਗਾ, ਉਹ ਕਹਿੰਦਾ ਜੀ ਮੈਂ 20 ਕਰੋੜ ਲਾਉਂਗਾ ਤੇ 2000 ਕਰੋੜ ਕਮਾਊਂਗਾ, ਤੇ ਕਮਾਉਂਦੇ ਨੇ ਲੀਡਰ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਇਹ ਤਾਂ ਹੀ ਹੋ ਸਕਦਾ ਜੇ ਲੋਕ ਪੜ੍ਹੇ ਲਿਖੇ ਹੋਣਗੇ, ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ, ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਲੋਕ ਇਸ ਪਾਸੇ ਨਹੀਂ ਤੁਰਦੇ ਵੀ ਅਸੀਂ ਪੜ੍ਹ ਲਿਖੇ ਆਪਣੀ ਮਰਜ਼ੀ ਨਾਲ ਵੋਟ ਪਾਈਏ ਤੇ ਆਪਣੀ ਮਰਜ਼ੀ ਦਾ ਉਮੀਦਵਾਰ ਚੁਣੀ ਤੇ ਉਸ ਉਮੀਦਵਾਰ ਨੂੰ ਵੋਟ ਪਾਈਏ, ਡਾਕਟਰ ਮਨਮੋਹਨ ਸਿੰਘ ਵਰਗੇ ਨੂੰ, ਜਿਹੜਾ ਬੰਦਾ ਡਿਜ਼ਰਵ ਕਰਦਾ ਵੈਸੇ। ਮੈਂ ਇਹਨਾਂ ਦੀ ਵੀ ਗੱਲ ਕਹੂੰਗਾ ਵੀ ਇਸ ਵੇਲੇ ਜਿਹੜੇ ਹਾਲਾਤ ਬਣੇ ਪਏ ਇੰਡੀਆ ਦੇ, ਇਹ ਮਤ ਸੋਚੇ ਕਾਂਗਰਸ ਦਾ ਜਿਹੜੀ ਬੀਜੇਪੀ ਆ ਉਹ ਕੱਲੀ ਸਰਕਾਰ ਬਣਾ ਲੂਗੀ। ਇਸ ਵੇਲੇ ਲੋਕ ਸਭਾ ਚੋਣਾਂ ਦੀਆਂ ਖੇਤਰੀ ਪਾਰਟੀਆਂ ਦੀ ਕਿੰਗ ਮੇਕਰ ਹੋਣਗੀਆਂ। ਠੀਕ ਹੈ ਜੀ, ਖੇਤਰੀ ਪਾਰਟੀਆਂ। ਮੈਂ ਪੱਟੀ ਸਾਹਿਬ ਤੁਹਾਡੇ ਵੱਲ ਫੇਰ ਆਵਾਂਗਾ। ਸਾਡੇ ਨਾਲ ਇਸ ਵਕਤ ਹਰਪਾਲ ਸਿੰਘ ਚੀਮਾ ਦੁਬਾਰਾ ਲਾਈਨ ਤੇ ਜੁੜ ਚੁੱਕੇ ਨੇ। ਚੀਮਾ ਸਾਹਿਬ ਜੀ, ਤੁਹਾਡਾ ਬਹੁਤ ਅਸੀਂ ਸਵਾਗਤ ਕਰਦੇ ਹਾਂ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਵਿਚਾਰਾਂ ਹੋ ਰਹੀਆਂ ਨੇ ਕਿ ਜਿਹੜੀ ਇਲੈਕਸ਼ਨ ਆ ਰਹੀ ਆ, ਆਮ ਆਦਮੀ ਪਾਰਟੀ ਜਿਹੜੀ ਉਹਦਾ ਗੱਠਜੋੜ ਟਕਸਾਲੀਆਂ ਦੇ ਨਾਲ ਹੋ ਚੁੱਕਾ ਆ, ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਇਸ ਵਾਰ ਕਿੰਨੀ ਕੁ ਕਾਮਯਾਬੀ ਉਹ ਨਜ਼ਰ ਆਏਗੀ? ਦੇਖੋ, ਹਾਲੇ ਜਿਹੜਾ ਅਕਾਲੀ ਦਲ ਟਕਸਾਲੀ ਨਾਲ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋਇਆ, ਹਾਲੇ ਸਿਰਫ ਤੇ ਸਿਰਫ ਮੁੱਢਲੇ ਦੌਰ ਦੀ ਗੱਲਬਾਤ ਚੱਲ ਰਹੀ ਆ। ਇਸ ਤੋਂ ਬਾਅਦ ਜਦੋਂ ਗੱਠਜੋੜ ਹੋ ਗਿਆ, ਅਸੀਂ ਬਿਲਕੁਲ ਸਭ ਨੂੰ ਦੱਸਾਂਗੇ, ਪਰ ਲੇਕਿਨ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਚੰਗਾ ਪ੍ਰਦਰਸ਼ਨ ਕਰੂਗੀ। ਠੀਕ ਹੈ, ਪਹਿਲੀ ਵਾਰ ਜਦੋਂ ਇਲੈਕਸ਼ਨ ਲੜੀ ਸੀ 2014 ਦੇ ਵਿੱਚ, ਉਦੋਂ ਮੋਦੀ ਦੇ ਖਿਲਾਫ ਪੰਜਾਬ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਸੀਗਾ। ਔਰ ਮੈਂ ਸਮਝਦਾ ਵੀ ਅੱਜ ਜਿਹੜੀ ਸਾਡੀ ਪਾਰਟੀ ਵੀ ਸੰਗਠਨ ਵੀ ਮਜ਼ਬੂਤ ਆ। ਪਾਰਟੀ ਕੋਲੇ 20 ਦੇ ਕਰੀਬ ਲੈਜਿਸਲੇਟਰ ਵੀ ਹੈਗੇ ਨੇਗੇ, MLA ਸਾਹਿਬਾਨ ਵੀ ਹੈਗੇ ਨੇਗੇ, ਸੋ ਪਾਰਟੀ ਦਾ ਸੰਗਠਨ ਵੀ ਬੜਾ ਮਜ਼ਬੂਤ ਆ। ਸੋ ਇਸ ਵਾਰ ਬਹੁਤ ਤਕੜਾ ਤੇ ਬਿਹਤਰ ਪ੍ਰਦਰਸ਼ਨ ਕਰਾਂਗੇ ਪਹਿਲਾਂ ਨੂੰ। ਹਰਿੰਦਰ ਸਿੰਘ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਚੀਮਾ ਸਾਹਿਬ ਨੂੰ? ਮੈਂ ਪੁੱਛਣਾ ਚਾਹੁੰਦਾ ਸੀ ਚੀਮਾ ਸਾਹਿਬ, ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬੜੀ ਟੁੱਟ ਭੱਜ ਹੋਈ ਆ, ਕਿਵੇਂ ਦੀਆਂ ਤਿਆਰੀਆਂ ਨੇ, ਕਿਵੇਂ ਦਾ ਮਨੋਬਲ ਆ? ਹੈਲੋ ਜੀ ਚੀਮਾ ਸਾਹਿਬ, ਆਵਾਜ਼ ਸੁਣੀ ਤੁਹਾਨੂੰ ਜੀ? ਨਹੀਂ, ਮੈਨੂੰ ਸੁਣੀ, ਤੁਸੀਂ ਦੱਸ ਦਿਓ ਜੀ। ਹਰਿੰਦਰ ਸਿੰਘ, ਦੁਬਾਰਾ ਸਵਾਲ ਕਰੋ ਜੀ। ਚੀਮਾ ਸਾਹਿਬ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਟੁੱਟ ਭੱਜ ਹੋਈ ਆ ਪਿਛਲੇ ਸਮੇਂ ਦੇ ਵਿੱਚ, ਮੈਂ ਗਿਆਨੀ ਜੀ, ਮੈਂ ਨਾ ਤੁਸੀਂ ਇਹਨਾਂ ਨੂੰ ਦੱਸ ਦਿਓ ਜੀ। ਹਾਂਜੀ, ਜਿਵੇਂ ਕਿ ਚੀਮਾ ਸਾਹਿਬ ਹਰਿੰਦਰ ਸਿੰਘ ਇਹ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਉਥਲ ਪੁਥਲ ਪਿਛਲੇ ਸਮੇਂ ਦੇ ਵਿੱਚ ਹੋਈ ਆ, ਤੇ ਉਹਦਾ ਕਿੰਨਾ ਕੁ ਅਸਰ ਹੋਏਗਾ ਪਾਰਟੀ ਦੇ ਉੱਤੇ? ਦੇਖੋ ਜੀ, ਉਹ ਉਥਲ ਪੁਥਲ ਜ਼ਰੂਰ ਬੇਸ਼ੱਕ ਹੋਈ ਹੈਗੀ, ਪਰ ਲੇਕਿਨ ਉਸ ਤੋਂ ਬਾਅਦ ਪਾਰਟੀ ਬੜੀ ਸੰਭਲੀ ਹੈਗੀ। ਪਾਰਟੀ ਦੇ ਕੇਡਰ ਨੂੰ, ਪਾਰਟੀ ਦੇ ਨਾਲ ਸੰਬੰਧਿਤ ਹਰ ਵਰਕਰ ਨੂੰ, ਵਲੰਟੀਅਰ ਨੂੰ ਪਤਾ ਲੱਗ ਗਿਆ ਜਿਹੜੇ ਮੌਕਾ ਪ੍ਰਸਤ ਲੋਕ ਸਾਡੇ ਸ਼ਾਮਲ ਹੋਏ ਸੀ, ਜਿਨ੍ਹਾਂ ਦਾ ਸਿਰਫ ਤੇ ਸਿਰਫ ਕੰਮ ਕੀ ਸੀਗਾ ਪਾਰਟੀ ਤੋੜਨਾ, ਉਹ ਬਾਹਰ ਚਲੇ ਗਏ ਨੇਗੇ। ਉਹ ਇਸ ਗੱਲ ਕਰਕੇ ਉਸ ਤੋਂ ਬਾਅਦ ਪਾਰਟੀ ਮਜ਼ਬੂਤ ਹੋਈ ਹੈ ਕਿਤੇ ਨਾ ਕਿਤੇ। ਪਹਿਲਾਂ ਹਾਂ ਠੀਕ ਹੈ, ਇੱਕ ਵਾਰ ਜ਼ਰੂਰ ਝਟਕਾ ਲੱਗਿਆ ਸੀਗਾ, ਕਿਉਂਕਿ ਜਦੋਂ ਇਹਨਾਂ ਵਿਅਕਤੀਆਂ ਦਾ ਕਿਰਦਾਰ ਸਾਹਮਣੇ ਆਇਆ, ਜਦੋਂ ਇਹਨਾਂ ਵਿਅਕਤੀਆਂ ਦਾ ਚਰਿੱਤਰ ਸਾਹਮਣੇ ਆਇਆ, ਤਾਂ ਉਸ ਤੋਂ ਬਾਅਦ ਪਾਰਟੀ ਬੜੀ ਤਕੜੀ ਹੋਈ ਹੈ, ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਹ ਜਿਹੜੇ ਲੋਕ ਨੇ ਮੌਕਾ ਪ੍ਰਸਤ ਨੇ, ਚਾਹੇ ਉਹ ਕਾਂਗਰਸ ਸੀ ਪਹਿਲਾਂ ਜਾਂ ਕਿਤੇ ਹੋਰ, ਇਹਨਾਂ ਨੇ ਸਿਰਫ ਮੌਕਾ ਪ੍ਰਸਤੀ ਖੇਡੀ। ਕਿਤੇ ਨਾ ਕਿਤੇ ਸਾਤੋਂ ਵੀ ਗਲਤੀ ਹੋਈ ਸੀ, ਅਸੀਂ ਇਹਨਾਂ ਵਿਅਕਤੀਆਂ ਨੂੰ ਲਿਆ ਸੀਗਾ, ਪਰ ਲੇਕਿਨ ਹੁਣ ਲੋਕ ਜਿਹੜੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਨੀਤੀਆਂ ਨਾਲ ਜੁੜ ਗਏ ਨੇ, ਕਿਉਂਕਿ ਦਿੱਲੀ ਦੇ ਵਿੱਚ
ਬਹੁਤ ਅੱਛਾ ਜਿਹੜਾ ਕੰਮ ਆ ਦੇਸ਼ ਦਾ ਇੱਕੋ ਇੱਕ ਸੂਬਾ ਜਿੱਥੇ ਸਭ ਤੋਂ ਵੱਧ ਐਜੂਕੇਸ਼ਨ, ਹੈਲਥ, ਇਲੈਕਟ੍ਰਿਸਿਟੀ, ਵਾਟਰ ਸਪਲਾਈ ਦੇ ਸਾਰੇ ਜਿਹੜੇ ਅੱਛੇ ਪ੍ਰਬੰਧ ਕੀਤੇ ਗਏ ਨੇ। तो ਉਸ ਗੱਲ ਨੂੰ ਦੇਖ ਕੇ ਲੋਕ ਇੱਕ ਵਾਰ ਫੇਰ ਜਿਹੜਾ ਆਮ ਆਦਮੀ ਪਾਰਟੀ ਤੇ ਜੁੜ ਰਹੇ ਨੇ। ਤੇ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹਾਂਗਾ, ਜਿਵੇਂ ਕਿ ਇਹ ਆਮ ਗੱਲ ਹੈ ਕਿ ਵੋਟਰ ਵਿਕਦਾ ਆ, ਤੁਸੀਂ ਆਮ ਆਦਮੀ ਪਾਰਟੀ ਨਾਂ ਰੱਖਿਆ ਪਾਰਟੀ ਦਾ ਔਰ ਕੰਮ ਵੀ ਦਿੱਲੀ ਦੇ ਵਿੱਚ ਜਿਹੜੇ ਤੁਸੀਂ ਕਰ ਰਹੇ ਹੋ, ਕੀ ਤੁਸੀਂ ਇਸ ਗੱਲ ਨੂੰ ਕੀ ਸਮਝੋਗੇ ਕਿ ਤੁਸੀਂ ਪਿੰਡ ਪਿੰਡ ਜਾ ਕੇ ਜਦੋਂ ਪ੍ਰਚਾਰ ਕਰੋਗੇ ਤੇ ਗੱਲਾਂ ਸਾਹਮਣੇ ਆਉਣਗੀਆਂ ਤੁਹਾਡੇ ਕਿ ਵੋਟਰ ਵਿਕਦਾ ਆ, ਤੁਸੀਂ ਕੋਈ ਇਹਦੇ ਬਾਰੇ ਕੀ ਕਰੋਗੇ? ਦੇਖੋ ਇਹ ਜਿਹੜੀ ਧਾਰਨਾ ਬਣੇ ਕੁਝ ਕੁ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਪਰ ਹਰ ਜਗ੍ਹਾ ਤੇ ਇਹ ਗੱਲ ਨਹੀਂ ਹੁੰਦੀ ਹੈਗੀ ਵੀ ਵੋਟਰ ਵਿਕਦਾ ਗਾ। ਹਰ ਜਗ੍ਹਾ ਤੇ ਨਹੀਂ ਹੁੰਦੀ, ਕਿਤੇ ਨਾ ਕਿਤੇ ਥੋੜਾ ਬਹੁਤ ਚੱਲਦਾ ਗਾ, ਇਨਫਲੂਐਂਸ ਹੁੰਦਾ ਗਾ, ਪਰ ਲੇਕਿਨ ਆਮ ਆਦਮੀ ਪਾਰਟੀ ਨੇ ਸਾਰੀਆਂ ਗੱਲਾਂ ਤੋਂ ਹਰ ਵਿਅਕਤੀ ਨੂੰ ਸੁਚੇਤ ਕਰਦੀ ਹੈ, ਹਰ ਵਿਅਕਤੀ ਨੂੰ ਅਗਾਹ ਕਰਦੀ ਹੈ ਵੀ ਤੁਹਾਡੀ ਵੋਟ ਦੀ ਵੈਲਿਊ ਕੀ ਹੈ, ਤੁਹਾਡੀ ਵੋਟ ਦੀ ਕੀਮਤ ਕੀ ਆ, ਤੇ ਤੁਸੀਂ ਤੁਹਾਡੀ ਇੱਕ ਵੋਟ ਦੀ ਵੈਲਿਊ, ਦੇਸ਼ ਦਾ ਜਿਹੜਾ ਨਿਰਮਾਣ ਹੁੰਦਾ, ਦੇਸ਼ ਨਵਾਂ ਬਣਦਾ ਗਾ, ਦੇਸ਼ ਸਿਰਜਿਆ ਜਾਂਦਾ। ਸੋ ਲੋਕ ਸਾਡੀ ਗੱਲ ਨਾਲ ਸਹਿਮਤ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਪਹਿਲੀ ਵਾਰ ਇਲੈਕਸ਼ਨ ਲੜਨ ਵਾਲੀ ਪਾਰਟੀ ਨੂੰ ਇਸ ਪੰਜਾਬ ਸੂਬੇ ਨੇ ਕਿੱਡਾ ਵੱਡਾ ਮਾਣ ਦਿੱਤਾ ਔਰ ਆਉਣ ਵਾਲੇ ਸਮੇਂ 'ਚ ਇਸ ਤੋਂ ਵੱਧ ਮਾਣ ਪੰਜਾਬ ਦੇਊਗਾ ਸਾਨੂੰ। ਠੀਕ ਹੈ ਜੀ ਸਰਦਾਰ ਚੀਮਾ ਸਾਹਿਬ, ਮੇਰਾ ਇੱਕ ਸਵਾਲ ਚੀਮਾ ਸਾਹਿਬ, ਪਿਛਲੀ ਵਾਰੀ ਪਾਰਟੀ ਨੇ 434 ਸੀਟਾਂ ਲੜੀਆਂ ਸੀ ਲੋਕ ਸਭਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲਾਇਆ ਸੀ। ਇਸ ਵਾਰੀ ਸਿਰਫ 33 ਸੀਟਾਂ ਤੁਸੀਂ ਲੜ ਰਹੇ ਹੋ, ਇਹਦਾ ਕਾਰਨ ਕੀ? ਕਿਉਂ 33 ਲੜ ਰਹੇ ਹੋ? ਕੀ ਤੁਸੀਂ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਛੱਡ ਦਿੱਤਾ ਜੀ? ਨਹੀਂ ਦੇਖੋ, ਪ੍ਰਧਾਨ ਮੰਤਰੀ ਸੁਪਨਾ ਬਣਨ ਦੀ ਗੱਲ ਨਹੀਂ ਹੁੰਦੀ ਜੀ। ਗੱਲ ਹੈ ਵੀ ਉਦੋਂ ਜਿਹੜੀ ਲਹਿਰ ਸੀ ਉਹ ਹੋਰ ਟਾਈਪ ਦੀ ਸੀ। ਹੁਣ ਜਿਹੜਾ ਹੈਗਾ ਸਿਸਟਮ ਆ ਵੀ ਦਿੱਲੀ ਜਿਹੜਾ ਸਟੇਟ ਆ ਉਹਦੇ 'ਚ ਅਰਵਿੰਦ ਜੀ ਜਿਹੜੇ CM ਨੇਗੇ, ਹੁਣ ਅਸੀਂ ਕਰਟੇਲ ਕੀਤਾ ਵੀ ਘੱਟ ਤੋਂ ਘੱਟ ਇਲੈਕਸ਼ਨ ਘੱਟ ਦਾਇਰੇ 'ਚ ਲੜੀ ਜਾਵੇ ਔਰ ਬੜੇ ਅੱਛੇ ਤਰੀਕੇ ਨਾਲ ਲੜੀ ਜਾਵੇ। ਪਹਿਲਾਂ ਅਸੀਂ ਜ਼ਿਆਦਾ ਦਾਇਰੇ 'ਚ ਲੜ ਲਏ, ਮੈਂ ਕਹਿੰਦਾ ਕਿਤੇ ਨਾ ਕਿਤੇ ਫੈਸਲਾ ਸ਼ਾਇਦ ਗਲਤ ਸੀਗਾ, ਇਸੇ ਕਰਕੇ ਉਹਦੀ ਕਾਮਯਾਬੀ ਨਹੀਂ ਮਿਲੀ। ਹੁਣ ਅਸੀਂ ਘੱਟ ਜਿਹੜਾ ਹੈਗਾ ਇਲਾਕਾ 'ਚ ਇਲੈਕਸ਼ਨ ਲੜ ਰਹੇ ਹਾਂ ਜੀ। ਉਹਦੇ ਵਿੱਚ ਤੁਸੀਂ ਸਰਵੇ ਨਹੀਂ ਕੀਤਾ ਜੀ। ਸਰਵੇ ਕਰਦੇ ਤੇ ਬਹੁਤ ਸਾਰੀਆਂ ਸੀਟਾਂ ਹੈਗੀਆਂ ਜਿੱਥੇ ਤੁਹਾਡੀ ਪਾਰਟੀ ਸੈਕੰਡ ਨੰਬਰ ਤੇ ਆਈ ਸੀ, ਐਤਕੀ ਚੰਗੀ ਕਾਰਗੁਜ਼ਾਰੀ ਕਰ ਸਕਦੀ ਸੀ ਉੱਥੇ, ਪਰ ਤੁਸੀਂ ਨਹੀਂ ਉੱਥੇ ਸਰਵੇ ਕੀਤਾ ਜੀ ਕੋਈ। ਜੀ ਇਹ ਦੇਖੋ, ਇਹ ਤਾਂ ਮੈਂ ਨੈਸ਼ਨਲ ਇਸ਼ੂਜ਼ ਬਾਰੇ ਜ਼ਿਆਦਾ ਨਹੀਂ ਗੱਲ ਕਰ ਸਕਦਾ ਕਿਉਂਕਿ ਮੈਂ ਨੈਸ਼ਨਲ ਇਸ਼ੂ ਬਾਰੇ ਜਿੰਨੀ ਕੁ ਸਮਝ ਪੰਜਾਬ ਬਾਰੇ ਹੈਗੀ ਹੈ ਮੈਂ ਉਹਦੇ ਬਾਰੇ ਗੱਲ ਕਰ ਰਿਹਾ। ਜਿੰਨਾ ਕੁ ਪਾਰਟੀ ਨੇ ਨੈਸ਼ਨਲ ਐਗਜ਼ੈਕਟਿਵ ਨੇ ਪਾਸ ਕੀਤਾ ਉਹ ਲਿਮਟਿਡ ਏਰੀਆ ਕੀਤਾ ਇਸ ਵਾਰ, ਸੋ ਉਸੇ ਲਿਮਟਿਡ ਏਰੀਆ 'ਚ ਇਲੈਕਸ਼ਨ ਲੜ ਰਿਹਾ ਸੀ। ਠੀਕ ਹੈ ਜੀ ਸਰਦਾਰ ਹਰਪਾਲ ਸਿੰਘ ਜੀ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਤੁਹਾਡਾ ਬਹੁਤ ਧੰਨਵਾਦ ਜੀ। ਤੇ ਕਿਉਂਕਿ ਸਮਾਂ ਜਿਹੜਾ ਬਿਲਕੁਲ ਖਤਮ ਹੋ ਗਿਆ, ਪੱਟੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਨਹੀਂ, ਮੈਂ ਤੇ ਸਿਰਫ ਇਹੋ ਹੀ ਕਹੂੰਗਾ, ਸਾਡੀ ਵੋਟਰਾਂ ਨੂੰ ਅਪੀਲ ਤੇ ਲੀਡਰਾਂ ਨੂੰ ਅਪੀਲ, ਲੀਡਰ ਸੇਵਾਦਾਰ ਬਣ ਕੇ ਆਉਣ ਤੇ ਵੋਟਰ ਜਿਹੜੇ ਆਪਣੀ ਜ਼ਿੰਮੇਵਾਰੀ ਨਾਲ ਵੋਟ ਪਾਉਣ। ਠੀਕ ਹੈ, ਉਹ ਪੈਸੇ ਲੈ ਕੇ ਵੋਟ ਪਾਉਣ ਦੀ ਬਜਾਏ ਉਸ ਉਮੀਦਵਾਰ ਨੂੰ ਵੋਟ, ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਇੱਕ ਪਾਰਟੀ ਦੀ ਗੱਲ ਕਰਦਾ ਜੀ, ਜਿਸ ਪਾਰਟੀ ਦਾ ਮਰਜ਼ੀ ਉਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਇਹ ਕਾਬਲ ਆ, ਇਹ ਸਾਡੇ ਕੀ ਵਿਕਾਸ ਦੇ ਕੰਮ ਕਰ ਸਕਦਾ ਵਾ, ਇਹ ਸਾਨੂੰ ਰੁਜ਼ਗਾਰ ਦੇ ਸਕਦਾ ਵਾ, ਇਹ ਮਹਿੰਗਾਈ ਦੂਰ ਕਰ ਸਕਦਾ ਵਾ, ਇਹ ਲੁੱਟਮਾਰ ਨਹੀਂ ਕਰ ਸਕਦਾ, ਇਹੋ ਜਿਹੇ ਉਮੀਦਵਾਰ ਦੀ ਜਿਹੜੀ ਚੋਣ ਕੀਤੀ ਜਾਵੇ। ਤੇ ਮੈਂ ਤੇ ਇਹੀ ਸਾਰੇ ਅਪੀਲ ਕਰੂੰਗਾ, ਸੰਦੇਸ਼ ਮੇਰਾ ਵੀ ਉਹੀ ਆ ਵੀ ਇਹਨੂੰ ਜਿਹੜੀ ਅਸੀਂ ਇਹ ਲੋਕ ਜਿਹੜੇ ਅਸੀਂ ਅਵੇਅਰ ਹੋਣਾ, ਆਪਣੇ ਵੋਟ ਦੇ ਹੱਕ ਮਤਦਾਨ ਹੈ, ਆਪਣੀ ਮਤ ਦਾ ਸਹੀ ਇਸਤੇਮਾਲ ਕਰਨ। ਭੁੰਦੜ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਮੇਰੇ ਖਿਆਲ ਕਾਲ ਡ੍ਰੌਪ ਹੋ ਚੁੱਕੀ ਹੈ ਜੀ। ਹਰਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਮੈਂ ਪਹਿਲਾਂ ਤਾਂ ਇਹ ਥੋੜੀ ਜੀ ਗੱਲ ਜਿਹੜੀ ਆ ਉਹ ਵਿੱਚ ਟਿੱਪਣੀ ਕਰਨੀ ਚਾਹੁੰਦਾ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਇਸ ਵਾਰ ਛੋਟੇ ਦਾਇਰੇ ਦੇ ਵਿੱਚ ਇਲੈਕਸ਼ਨ ਲੜੀ ਜਾ ਰਹੀ, ਮੈਨੂੰ ਲੱਗਦਾ ਪੱਟੀ ਸਾਹਿਬ ਤੁਸੀਂ ਜਿਵੇਂ ਉਹਨਾਂ ਨੂੰ ਪੁੱਛ ਰਹੇ ਸੀਗੇ, ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਪਤਾ ਲੱਗਾ ਕੀ ਨਫੇ ਕੀ ਨੁਕਸਾਨ ਹੈ, ਸ਼ਾਇਦ ਇਸੇ ਕਰਕੇ ਦਾਇਰਾ ਛੋਟਾ ਕਰ ਲਿਆ ਉਹਨਾਂ ਨੇ ਆਪਣਾ। ਸੋ ਜ਼ਮਾਨਤਾਂ ਵੀ ਜ਼ਬਤ ਹੋਈਆਂ ਸੀਗੀਆਂ ਜਦੋਂ ਪਹਿਲੋਂ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ। ਸੋ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਵੋਟਰਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਇੱਕ ਮੇਲਾ ਲੱਗਾ ਆ ਤੇ ਇਸ ਮੇਲੇ ਨੂੰ ਲੁੱਟ ਲਓ, ਤੇ ਇਹ ਕੁਝ ਦਿਨਾਂ ਦਾ ਹੀ ਮੇਲਾ ਜਿਹੜਾ ਹੁੰਦਾ, ਫਿਰ 5 ਸਾਲ ਜਿਹੜੇ ਆ ਉਹ ਲੀਡਰ ਆਪਣੇ ਮੇਲੇ ਲਾਉਂਦੇ ਆ ਤੇ ਮਗਰ ਲਾ ਕੇ ਰੱਖਦੇ ਆ। ਸੋ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਸਮਾਂ ਨੇ ਇਜਾਜ਼ਤ ਦੇ ਰਿਹਾ। ਅਸੀਂ ਸਾਰਿਆਂ ਦਾ ਹੀ, ਸਰਦਾਰ ਸਾਹਿਬ ਸਿੰਘ ਭੁੰਦੜ, ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਰਦਾਰ ਹਰਿੰਦਰ ਸਿੰਘ ਜੀ, ਹਰਪਾਲ ਸਿੰਘ ਜੀ ਚੀਮਾ, ਅਸੀਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸੋ ਤੁਸੀਂ ਦੇਖਦੇ ਰਹੋ ਇਹ ਪ੍ਰੋਗਰਾਮ, ਵੇਖਦੇ ਰਹੋ ਸਿੱਖ ਚੈਨਲ, ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇਖਦੇ ਰਹੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।